हेलो स्टूडेंट्स, वेलकम यू ऑल ऑन सीबीसी शिक्षा ऑनलाइन प्लेटफॉर्म। स्टूडेंट्स, आज आप अपने करंट अफेयर ਦੀ ਕਲਾਸ ਸਟਾਰਟ ਕਰਨ ਜਾ ਰਹੇ ਹਾਂ ਜੀ। 23rd ਐਂਡ 24th ਮਾਰਚ ਦੇ ਜੋ ਆਪਣੇ ਕਰੰਟ ਅਫੇਅਰ ਨੇ ਰਾਜੀ, ਠੀਕ ਹੈ। ਕਾਫੀ ਇੰਪੋਰਟੈਂਟ ਕਰੰਟ ਅਫੇਅਰ ਨੇ ਫॉर ਪੰਜਾਬ ਐਗਜ਼ਾਮਸ, ਜੋ ਵੀ ਅਦਰ ਸਟੇਟਸ ਐਗਜ਼ਾਮ ਹੁੰਦੇ ਨੇ, ਜਾਂ ਐਸਐਸਸੀ, ਰੇਲਵੇ, ਉਸ ਤੋਂ ਇਲਾਵਾ ਆਈਬੀਪੀਐਸ ਐਂਡ ਐਸਪੀ, ਠੀਕ ਹੈ ਰਾਜੀ। ਚਲੋ ਸਟਾਰਟ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਕਲਾਸ, ਠੀਕ ਹੈ। ਸਭ ਤੋਂ ਪਹਿਲੇ ਕੁਐਸਚਨ ਵੱਧਦੇ ਹਾਂ, ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਾਡੇ ਇੱਕ ਧਮਾਕੇਦਾਰ ਸੇਲ ਦੇ ਬਾਰੇ। ਕਮਿੰਗ ਸੂਨ ਮੀਨਸ 2 ਦਿਨ ਦੀ ਇੱਕ ਬਿਗ ਸੇਲ ਲੱਗਣ ਜਾ ਰਹੀ ਰਾਜੇ। ਜਿੰਨੇ ਵੀ ਸੀਬੀਸੀ ਸਿੱਖਿਆ ਦੇ ਆਨਲਾਈਨ ਕੋਰਸਸ ਹੋਣਗੇ, ਸਮਾਰਟ ਕੋਰਸਸ ਦੇ ਉੱਪਰ ਇੱਕ ਬਹੁਤ ਧਮਾਕੇਦਾਰ ਸੇਲ ਲੱਗਣ ਜਾ ਰਹੀ ਹੈ, ਠੀਕ ਹੈ। ਐਂਡ ਬੀ ਇਨ ਟੱਚ ਵਿਦ ਅਸ, ਠੀਕ ਹੈ। ਐਂਡ ਇਹ ਸੇਲ ਅਪ੍ਰੈਲ ਦੇ ਫਸਟ ਵੀਕ ਸਟਾਰਟ ਹੋ ਜਾਵੇਗੀ, ਠੀਕ ਹੈ। ਸਿਰਫ 3-4 ਦਿਨ ਹੀ ਬਾਕੀ ਨੇ, ਤਾਂ ਅਪ੍ਰੈਲ ਦੇ ਫਸਟ ਵੀਕ ਇਹ ਸੇਲ ਸਟਾਰਟ ਹੋ ਜਾਵੇਗੀ, ਠੀਕ ਹੈ ਰਾਜੇ। ਐਂਡ ਇਸ ਵਿੱਚ ਬਹੁਤ ਇੱਕ ਨੋਮੀਨਲ ਕਾਸਟ, ਇੱਕ ਅਫੋਰਡੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਸਾਰੇ ਕੋਰਸ ਮਿਲਣਗੇ, ਠੀਕ ਹੈ। ਐਂਡ ਇਹ ਜੋ ਸੇਲ ਹੋਵੇਗੀ ਪੰਜਾਬ ਦੀ ਬੈਸਟ ਸੇਲ ਹੋਵੇਗੀ ਰਾਜੇ। ਇਸ ਤੋਂ ਇਲਾਵਾ ਸੀਬੀਸੀ ਆਪਣੇ ਨਾਮ ਨਾਲ ਜਾਣਿਆ ਜਾਂਦਾ, ਆਪਣੇ ਸਟੱਡੀ ਮਟੀਰੀਅਲ ਨਾਲ ਜਾਣਿਆ ਜਾਂਦਾ, ਆਪਣੇ ਰਿਜ਼ਲਟਸ ਨਾਲ ਜਾਣਿਆ ਜਾਂਦਾ, ਤੁਹਾਨੂੰ ਸਭ ਨੂੰ ਪਤਾ ਹੀ ਹੈ, ਠੀਕ ਹੈ। ਚਲੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਸਭ ਤੋਂ ਪਹਿਲਾ ਕੁਐਸਚਨ ਕੀ ਆਪਣੇ ਕੋਲ, ਵਟ ਇਜ਼ ਦ ਥੀਮ ਆਫ ਦ ਈਅਰ ਬਿਹਾਰ ਦਿਵਸ ਔਰ ਬਿਹਾਰ ਡੇ। ਬਿਹਾਰ ਦਿਵਸ ਜਾਂ ਬਿਹਾਰ ਡੇ the theme ਕੀ ਸੀ, and which has been celebrated recently on the March 22 means ਮਾਰਚ ਦੀ 22 ਤਰੀਕ ਨੂੰ ਇਹਨਾਂ ਦਾ ਕੀ ਹੁੰਦਾ, ਇਹਨਾਂ ਦਾ ਆਪਣਾ ਹੁੰਦਾ ਬਿਹਾਰ ਦਿਵਸ ਜਾਂ ਬਿਹਾਰ ਡੇ, ਠੀਕ ਹੈ। ਤਾਂ ਇਹਨਾਂ ਦੀ ਜਿਹੜੀ ਥੀਮ ਸੀ, ਉਹ ਥੀਮ ਕੀ ਸੀ, ਜਲ ਜੀਵਨ ਹਰਿਆਲੀ। ਕੀ ਥੀ ਰਾਜੇ? ਜਲ ਜੀਵਨ ਹਰਿਆਲੀ। ਇਹ ਤੁਸੀਂ ਯਾਦ ਰੱਖਣਾ ਹੈ, ਕੀ ਸੀ, ਜਲ ਜੀਵਨ ਹਰਿਆਲੀ, ਠੀਕ ਹੈ ਰਾਜੇ। ਇਸ ਬਾਰੇ ਆਪਾਂ ਥੋੜੀ ਬਹੁਤ ਹੋਰ ਇਨਫੋਰਮੇਸ਼ਨ ਪੜ੍ਹ ਲੈਣਾ ਕੀ ਹੈ। ਬਿਹਾਰ ਦਿਵਸ ਜਾਂ ਬਿਹਾਰ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਪੂਰੀ ਬਿਹਾਰ ਸਟੇਟ ਦੇ ਵਿੱਚ, ਉਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ? 22 ਮਾਰਚ ਨੂੰ। ਹਮੇਸ਼ਾ 22 ਮਾਰਚ ਨੂੰ ਸੈਲੀਬ੍ਰੇਟ ਕੀਤਾ ਜਾਂਦਾ, ਠੀਕ ਹੈ। ਤਾਂ ਬਿਹਾਰ ਦਿਵਸ ਵੀ 22 ਮਾਰਚ ਨੂੰ ਆਪਾਂ ਸੈਲੀਬ੍ਰੇਟ ਕਰਨਾ ਹੀ ਕਰਦੇ ਹਾਂ, ਠੀਕ ਹੈ ਰਾਜੇ। ਇਸ ਤੋਂ ਇਲਾਵਾ ਇਹ ਕਿਉਂ ਜਾਣਿਆ ਜਾਂਦਾ ਹੈ? ਕਿਉਂਕਿ ਔਨ ਦਿਸ ਡੇ ਬ੍ਰਿਟਿਸ਼ ਕੇਵਡ ਆਊਟ ਦਾ ਸਟੇਟ ਫਰੋਮ ਦਾ ਬੰਗਾਲ ਬੈਕ ਇਨ 1912। ਬੰਗਾਲ ਦੀ ਵੰਡ ਹੋਈ ਸੀ ਰਾਜੇ, ਤੁਹਾਨੂੰ ਪਤਾ ਹੀ ਹੈ, ਠੀਕ ਹੈ ਰਾਜੇ। ਇਸ ਤੋਂ ਇਲਾਵਾ ਬਿਹਾਰ ਦਿਵਸ ਇਜ਼ ਆਲਸੋ ਏ ਪਬਲਿਕ ਹੌਲੀਡੇ। ਬਿਹਾਰ ਡੇ ਦੇ ਉੱਪਰ ਪਬਲਿਕ ਹੌਲੀਡੇ ਹੁੰਦੀ ਰਾਜੇ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਕਾਫੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਰਾਜੇ। ਤਾਂ ਬਿਹਾਰ ਦਿਵਸ ਹੋ ਗਿਆ, ਬਿਹਾਰ ਡੇ ਹੋ ਗਿਆ, ਇਹ ਸੇਮ ਡੇ ਤੇ ਮਨਾਇਆ ਜਾਂਦਾ, ਠੀਕ ਹੈ। ਵੀ ਇਸ ਦੋਨਾਂ ਨਾਵਾਂ ਨਾਲ ਜਾਣਿਆ ਜਾਂਦਾ, ਠੀਕ ਹੈ ਰਾਜੇ। ਐਂਡ ਇਹ ਆਪਣਾ 110ਵਾਂ ਮੀਨਸ 1912 ਤੋਂ ਲੈ ਕੇ ਹੁਣ ਕਿੰਨਾ ਆ ਗਿਆ 2022 ਮੀਨਸ ਕਿੰਨਾ ਵਿੱਚ ਗੈਪ ਆ ਗਿਆ 110 ਦਾ। 110ਵਾਂ ਇਹ ਬਿਹਾਰ ਦਿਵਸ ਸੈਲੀਬ੍ਰੇਟ ਕਰਨ ਜਾ ਰਹੇ ਹਨ, ਠੀਕ ਹੈ। ਤਾਂ ਇਹਨਾਂ ਨੇ ਕੀਤਾ ਰਾਜੇ, ਠੀਕ ਹੈ। ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ, ਠੀਕ ਹੈ। ਇਸ ਤੋਂ ਇਲਾਵਾ ਥੀਮ ਦੀ ਆਪਾਂ ਗੱਲ ਕਰੀਏ, ਥੀਮ ਕੀ ਸੀ? ਜਲ ਜੀਵਨ ਹਰਿਆਲੀ। ਜਲ ਜੀਵਨ ਹਰਿਆਲੀ ਰਾਜੇ, ਠੀਕ ਹੈ। ਇਹ ਸਾਰਾ ਤਾਂ ਅਨੁਸਾਰ ਪਤਾ ਹੀ ਹੈ, ਠੀਕ ਹੈ ਰਾਜੇ। ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਫੈਕਟ ਦੀ ਗੱਲ ਕਰੀਏ, ਜਾਂ ਇੱਕ ਹੋਰ ਇਸ ਤੋਂ ਇਲਾਵਾ ਗੱਲਾਂ ਆਪਾਂ ਗੱਲ ਕਰੀਏ ਤਾਂ ਜਿਹੜਾ ਹੈਗਾ ਹੈ ਬਿਹਾਰ ਜਿਹੜਾ ਹੈਗਾ ਸੀ ਉਹ ਉੜੀਸਾ ਤੋਂ ਅੱਡ ਹੋਇਆ ਸੀ, ਤੁਹਾਨੂੰ ਪਤਾ ਹੀ ਹੈ, ਠੀਕ ਹੈ। ਬਿਹਾਰ ਅੱਡ ਇੱਕ ਪ੍ਰੈਜ਼ੀਡੈਂਸੀ ਬਣ ਗਈ ਸੀ, ਠੀਕ ਹੈ। ਇਸ ਤੋਂ ਇਲਾਵਾ ਬਿਹਾਰ ਜਿਹੜਾ ਹੈਗਾ, ਬਿਹਾਰ ਦੇ ਫੈਕਟ ਬਾਰੇ ਜਾਣ ਲੈਂਦੇ ਹਾਂ। ਇਨ ਇੰਡੀਆ ਬਿਹਾਰ ਇਜ਼ ਦਾ 3rd ਲਾਰਜੈਸਟ। ਬਿਹਾਰ ਕੀ ਹੈਗਾ? ਤੀਸਰਾ ਲਾਰਜੈਸਟ ਪਾਪੂਲੇਸ਼ਨ ਸਟੇਟ ਹੈਗੀ ਹੈ। ਐਂਡ ਦਾ 12th ਲਾਰਜੈਸਟ ਸਟੇਟ ਇਨ ਦਾ ਟੈਰੀਟਰੀ। ਪੂਰੇ ਆਪਣੇ ਟੈਰੀਟਰੀ ਦੇ ਵਿੱਚ ਜਿਹੜੀ ਹੈਗੀ ਉਹ 12ਵੀਂ ਲਾਰਜੈਸਟ ਸਟੇਟ ਹੈਗੀ, ਠੀਕ ਹੈ ਰਾਜੇ। ਬਿਹਾਰ ਸਟੇਟ ਇਜ਼ ਇੰਡੀਆਜ਼ ਆਲਸੋ ਦਾ ਵਰਲਡਸ 4th ਮੋਸਟ ਪਾਪੂਲਸ ਸਬ ਨੇਸ਼ਨ ਐਂਟਰੀ। ਮੀਨਸ ਆਪਾਂ ਕਹਿ ਦਈਏ ਵੀ ਇੱਕ 4th ਮੋਸਟ ਪਾਪੂਲਸ ਜਿਹੜੀ ਹੈ ਉਹ ਇਹ ਸਬ ਨੇਸ਼ਨ ਐਂਟਰੀ, ਠੀਕ ਹੈ। ਇਸ ਤੋਂ ਇਲਾਵਾ ਬਿਹਾਰ ਇਜ਼ ਆਲਸੋ ਦਾ ਵੈਰੀ ਫਸਟ ਪਲੇਸ ਇਨ ਇੰਡੀਆ ਵੇਅਰ ਦਾ ਕੰਸੈਪਟ ਆਫ ਨੋਨ ਵਾਇਲੈਂਸ, ਜਿੱਥੇ ਨੋਨ ਵਾਇਲੈਂਸ ਦਾ ਕੰਸੈਪਟ ਚੱਲਿਆ ਸੀ, ਬਿਹਾਰ ਚੱਲਿਆ ਸੀ। ਬਿਹਾਰ ਫਸਟ ਪਲੇਸ ਹੈਗੀ ਹੈ, ਇਹ ਤੁਹਾਨੂੰ ਯਾਦ ਰੱਖਣਾ, ਕਾਫੀ ਇੰਪੋਰਟੈਂਟ ਕੁਐਸਚਨ ਹੈ, ਹਿਸਟੋਰੀਕਲ ਕੁਐਸਚਨ ਹੈ ਰਾਜੀ, ਠੀਕ ਹੈ। ਇਸ ਤੋਂ ਇਲਾਵਾ ਇਟ ਇਜ਼ ਨੋਨ ਦੈਟ ਦਾ ਲਾਰਡ ਬੁੱਧਾ ਐਂਡ ਲਾਰਡ ਮਹਾਦੇਵ ਅਪਰਾਈਜ਼ਡ ਅਵੇਅਰਨੈਸ। ਜੋ ਲਾਰਡ ਬੁੱਧਾ ਸੀ, ਲਾਰਡ ਮਹਾਦੇਵ ਸੀ, ਉਹਨਾਂ ਨੇ ਅਵੇਅਰਨੈਸ ਅਪਰਾਈਜ਼ ਕੀਤੀ ਸੀ ਕਾਹਦੇ ਵਾਸਤੇ? ਨੋਨ ਵਾਇਲੈਂਸ ਵਾਸਤੇ। ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਕਾਫੀ ਇੰਪੋਰਟੈਂਟ ਕੁਐਸਚਨ, ਠੀਕ ਹੈ ਰਾਜੀ। ਤਾਂ ਇਹ ਸਾਰੇ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ। ਤਾਂ ਆਲਮੋਸਟ ਜਿਹੜੀ ਹੈਗੀ ਹੈ ਆਲਮੋਸਟ 58% ਆਫ ਬਿਹਾਰਸ ਆਰ ਬਿਲੋ ਏਜ 25 ਸਾਲ ਤੋਂ ਘੱਟ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਕਿੰਨੀ ਹੈ? 58% ਹੈ ਆਪਣੇ ਕੋਲ। ਇਹ ਵੀ ਤਾਂ ਤੁਹਾਨੂੰ ਪਤਾ, ਤੁਸੀਂ ਯਾਦ ਕਰ ਲੈਣਾ, ਠੀਕ ਹੈ ਰਾਜੀ। ਇਸ ਤੋਂ ਇਲਾਵਾ ਬਿਹਾਰ ਇਜ਼ ਆਲਸੋ ਦਾ ਹਾਈਐਸਟ ਜਿਹੜੀ ਪ੍ਰਪੋਰਸ਼ਨ ਉਹ ਯੰਗ ਪੀਪਲਸ ਕਿਉਂ ਨੇ? ਕਿਉਂਕਿ 25 ਸਾਲ ਤੋਂ ਘੱਟ ਦੇ ਕਿੰਨੇ ਨੇ? 58% ਲੋਕ ਨੇ। ਕਿੰਨੇ ਨੇ? 58% ਲੋਕ ਨੇ ਪੂਰੇ ਬਿਹਾਰ ਸਟੇਟ ਦੇ ਵਿੱਚ। ਤਾਂ ਇਹ ਵੀ ਤੁਹਾਨੂੰ ਜਿਹੜੀ ਕਿ ਨੌਲੇਜ ਆਪਾਂ ਤੁਸੀਂ ਪੇਪਰ ਵਾਸਤੇ ਯੂਜ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਨੈਕਸਟ ਕੁਐਸਚਨ, ਵਟ ਇਜ਼ ਦਾ ਥੀਮ ਆਫ ਦਿਸ ਈਅਰ
वर्ल्ड वाटर डे ਦਾ ਥੀਮ ਕੀ ਸੀ? ਵਰਲਡ ਵਾਟਰ ਦਾ ਥੀਮ ਕੀ ਸੀ? ਕਾਫੀ ਇੰਪੋਰਟੈਂਟ ਕੁਐਸਚਨ ਹੈ। ਕੀ ਸੀਗਾ? ਗਰਾਊਂਡ ਵਾਟਰ ਮੇਕਿੰਗ ਐਂਡ ਇਨਵਿਜ਼ੀਬਲ ਵਿਜ਼ੀਬਲ ਹੈਗਾ ਸੀ, ਜਾਂ ਵੋਲਿੰਗ ਵਾਟਰ ਹੈਗਾ ਸੀ, ਜਾਂ ਵਾਟਰ ਐਂਡ ਕਲਾਈਮੇਟ ਚੇਂਜ ਹੈਗਾ ਸੀ, ਜਾਂ ਲੀਵਿੰਗ ਨੋ ਵਨ ਬਿਹਾਈਂਡ ਸੀ, ਜਾਂ ਨੇਚਰ ਫॉर ਵਾਟਰ ਸੀ? ਕਾਫੀ ਇੰਪੋਰਟੈਂਟ ਕੁਐਸਚਨ ਹੈ। ਤਾਂ ਸਭ ਤੋਂ ਪਹਿਲਾਂ ਕੀ ਸੀ ਰਾਜੇ? ਆਨਸਰ ਕੀ ਆਵੇਗਾ? ਆਨਸਰ ਆਵੇਗਾ ਗਰਾਊਂਡ ਵਾਟਰ। ਤੁਸੀਂ ਯਾਰ ਤੁੱਕਾ ਵੀ ਅਗਰ ਲਗਾਉਣਾ ਸੀ ਲਗਾ ਸਕਦੇ ਹੋ, ਤਾਂ ਨਹੀਂ ਵੀ ਮਾਈਂਡ 'ਚ ਆਉਂਦਾ ਤਾਂ ਵਾਟਰ ਦੇ ਨਾਮ ਨਾਲ ਤੁਸੀਂ ਗਰਾਊਂਡ ਵਾਟਰ ਯਾਦ ਰੱਖ ਲਿਆ ਤੇ ਠੀਕ ਹੈ ਰਾਜੇ। ਗਰਾਊਂਡ ਵਾਟਰ ਮੇਕਿੰਗ ਦਾ ਇਨਵਿਜ਼ੀਬਲ ਵਿਜ਼ੀਬਲ, ਠੀਕ ਹੈ, ਇਨਵਿਜ਼ੀਬਲ ਵਿਜ਼ੀਬਲ। ਤਾਂ ਇਹਦੇ 'ਚ ਕੀ ਹੁੰਦਾ? ਇਹਦੇ 'ਚ ਆਪਾਂ ਪੜ੍ਹਨੇ ਆ ਕੀ ਇਹਦੇ 'ਚ ਇਹਨਾਂ ਨੇ ਕੰਮ ਕੀ ਸਟਾਰਟ ਕੀਤਾ ਇਹਦੇ 'ਚ? ਵਰਲਡ ਵਾਟਰ ਡੇ 2022 ਇਜ਼ ਓਬਜ਼ਰਵ ਐਵਰੀ ਈਅਰ 22 ਮਾਰਚ ਨੂੰ ਹੁੰਦਾ ਰਾਜੇ। ਕੀ ਹੁੰਦਾ ਹੈ? ਵਰਲਡ ਵਾਟਰ ਡੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਐਂਡ ਕ੍ਰੀਏਟ ਦਾ ਅਵੇਅਰਨੈਸ ਰਿਗਾਰਡਿੰਗ ਇੰਪੋਰਟੈਂਸ ਆਫ ਫਰੈਸ਼ ਵਾਟਰ। ਜੋ ਫਰੈਸ਼ ਵਾਟਰ ਹੁੰਦਾ, ਤਾਜ਼ਾ ਪਾਣੀ ਦੀ ਇੰਪੋਰਟੈਂਸ ਹੁੰਦੀ ਹੈ, ਜੋ ਅਵੇਅਰਨੈਸ ਹੁੰਦੀ ਉਸ ਨੂੰ ਇਹ ਕਰਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਕੀ ਹੈ? ਦ ਯੂਨਾਈਟਿਡ ਨੇਸ਼ਨਸ ਨੇ ਵਰਲਡ ਵਾਟਰ ਡੇ ਸੈਲੀਬ੍ਰੇਟ ਕਰਨਾ ਸਟਾਰਟ ਕੀਤਾ ਸੀ 1993 ਵਿੱਚ। ਕਦੋਂ? 1993 ਦੇ ਵਿੱਚ, ਠੀਕ ਹੈ ਰਾਜੀ। ਇਸ ਤੋਂ ਇਲਾਵਾ ਇਸ ਵਾਰੀ ਥੀਮ ਕੀ ਰੱਖੀ ਇਹਨਾਂ ਨੇ? ਗਰਾਊਂਡ ਵਾਟਰ ਮੇਕਿੰਗ ਦਾ ਇਨਵਿਜ਼ੀਬਲ ਐਂਡ ਵਿਜ਼ੀਬਲ, ਠੀਕ ਹੈ ਰਾਜੀ। ਇਹ ਤੁਹਾਨੂੰ ਪਤਾ ਹੋਵੇ, ਠੀਕ ਹੈ ਰਾਜੀ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਸਿਗਨੀਫਿਕੇਸ਼ਨ ਬਾਰੇ, ਜੋ ਇੰਪੋਰਟੈਂਟ ਚੀਜ਼ ਹੈ। ਸਿਗਨੀਫਿਕੇਸ਼ਨ ਕੀ ਨੇ ਇਹਦੇ? ਇਸ ਤੋਂ ਇਲਾਵਾ ਇਹਨਾਂ ਦਾ ਗੋਲ ਕੀ ਹੈਗਾ? ਵਾਟਰ ਐਂਡ ਸੈਨੀਟੇਸ਼ਨ, ਸਾਰੇ ਕਿਤੇ ਵਾਟਰ ਸੈਨੀਟੇਸ਼ਨ ਪਹੁੰਚਾਉਣਾ 2030 ਤੱਕ, ਠੀਕ ਹੈ। ਇਹਦਾ ਮੇਨ ਇਹਨਾਂ ਦਾ ਗੋਲ ਹੈਗਾ ਰਾਜੀ। ਇਸ ਤੋਂ ਇਲਾਵਾ ਕੀ ਹੈ? ਵਰਲਡ ਵਾਟਰ ਡੇ ਏਮਸ ਟੂ ਸਪਰੈਡ ਅਵੇਅਰਨੈਸ ਅਬਾਊਟ ਦਾ ਵਾਟਰ, ਜਿਹੜੀ ਹੈ ਵਾਟਰ ਸਕੇਰਸਿਟੀ, ਉਹਦੇ ਬਾਰੇ ਅਵੇਅਰਨੈਸ ਦੇਣੀ ਰਾਜੀ। ਇਹ ਵੀ ਹੈਗਾ, ਠੀਕ ਹੈ। ਇਸ ਤੋਂ ਇਲਾਵਾ ਕੀ ਹੈ? ਵਾਟਰ ਇਜ਼ ਦਾ ਪ੍ਰਾਇਮਰੀ ਨੈਸੈਸਿਟੀ ਆਫ ਸਬਸਟੇਨ, ਵੀ ਇੱਕ ਪ੍ਰਾਇਮਰੀ ਨੈਸੈਸਿਟੀ ਵੀ, ਜੋ ਵੀ ਆਪਾਂ ਧਰਤੀ 'ਤੇ ਰਹਿ ਰਹੇ ਹਾਂ ਉਹਨਾਂ ਵਾਸਤੇ ਪ੍ਰਾਇਮਰੀ ਨੈਸੈਸਿਟੀ ਕੀ ਆਪਣੇ ਵਾਸਤੇ? ਵਾਟਰ ਹੈਗਾ, ਠੀਕ ਹੈ। ਪਾਣੀ ਤੋਂ ਬਿਨਾਂ ਆਪਾਂ ਨਹੀਂ ਰਹਿ ਸਕਦੇ, ਠੀਕ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਆਪਣਾ ਅਰਥ ਜਿਹੜੀ ਹੈਗੀ 70% ਕਿਹਦੇ ਨਾਲ ਕਵਰ ਹੈਗੀ? ਪਾਣੀ ਨਾਲ ਕਵਰ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਇਸ ਤੋਂ ਇਲਾਵਾ ਫਰੈਸ਼ ਵਾਟਰ 70% ਦੇ ਵਿੱਚ 70% ਪੂਰਾ ਆਪਣਾ ਕੀ ਵਾਟਰ ਹੈਗਾ? 70% ਧਰਤੀ ਦੇ ਵਾਟਰ ਹੈਗਾ, ਜਿਹਦੇ 'ਚੋਂ 3% ਕੀ ਹੈ? ਸਿਰਫ ਫਰੈਸ਼ ਵਾਟਰ ਕੀ ਹੈਗਾ? ਫਰੈਸ਼ ਵਾਟਰ। ਇਹ ਵੀ ਇੰਪੋਰਟੈਂਟ ਚੀਜ਼ ਹੈ, ਠੀਕ ਹੈ। ਇੰਪੋਰਟੈਂਟ ਚੀਜ਼ ਹੈ ਜੋ ਕਿ ਕਾਫੀ ਹੱਦ ਤੱਕ ਪੇਪਰ 'ਚ ਪੁੱਛੀ ਜਾ ਸਕਦੀ ਹੈ, ਵੀ ਆਪਣੇ ਟੋਟਲ ਅਰਥ ਦੇ ਉੱਪਰ ਜਿਹੜਾ ਹੈਗਾ 70% ਅਰਥ ਜਿਹੜੀ ਵਾਟਰ ਨਾਲ ਘਿਰੀ ਹੋਈ ਹੈ, ਬਟ ਉਹਦੇ 'ਚ ਸਿਰਫ 3% ਵਾਟਰ ਜਿਹੜਾ ਉਹ ਫਰੈਸ਼ ਯੂਜ਼ ਵਾਸਤੇ ਹੈਗਾ, ਫਰੈਸ਼ ਵਾਟਰ ਹੈਗਾ, ਠੀਕ ਹੈ ਰਾਜੇ। ਇਸ ਤੋਂ ਇਲਾਵਾ ਗਰਾਊਂਡ ਵਾਟਰ ਦੀ ਗੱਲ ਕਰੀਏ ਤਾਂ ਗਰਾਊਂਡ ਵਾਟਰ ਇਜ਼ ਦ ਲਾਰਜੈਸਟ ਸੋਰਸ ਆਫ ਦਾ ਫਰੈਸ਼ ਐਂਡ ਯੂਜ਼ੇਬਲ ਵਾਟਰ ਇਨ ਦ ਵਰਲਡ। ਮੀਨ ਜਿਹੜਾ ਗਰਾਊਂਡ ਵਾਟਰ ਹੈਗਾ, ਜਿਹੜਾ ਆਪਾਂ ਧਰਤੀ ਦੇ ਥੱਲਿਓਂ ਪਾਣੀ ਆਪਾਂ ਕੱਢਦੇ ਹਾਂ ਟਿਊਬਵੈਲ ਰਾਹੀਂ ਜਾਂ ਮੋਟਰ ਰਾਹੀਂ, ਉਹ ਕੀ ਹੈ? ਉਹ ਸੋਰਸ ਆਫ ਦਾ ਫਰੈਸ਼ ਐਂਡ ਯੂਜ਼ੇਬਲ ਪਾਣੀ ਹੈਗਾ। ਬਿਲਕੁਲ ਸਹੀ ਹੈ, ਠੀਕ ਹੈ। ਹਰ ਘਰ ਨੇ ਆਪਣੇ ਘਰ ਦੇ ਵਿੱਚ ਮੱਛੀ ਮੋਟਰ ਜਾਂ ਟਿਊਬਵੈਲ ਵਗੈਰਾ ਹਰ ਘਰ ਯੂਜ਼ ਕਰ ਰਿਹਾ, ਠੀਕ ਹੈ। ਇਸ ਤੋਂ ਇਲਾਵਾ ਕੀ ਹੈ? ਦ ਗਰਾਊਂਡ ਵਾਟਰ ਮੀਟਸ ਦਾ ਡੋਮੈਸਟਿਕ, ਮੀਨਸ ਕਿਸ ਦੀ ਨੀਡਸ ਨੂੰ ਮੀਟ ਕਰਦਾ ਹੈ? ਘਰੇਲੂ ਨੀਡ ਨੂੰ, ਜੋ ਆਪਾਂ ਸਾਰਾ ਦਿਨ ਘਰ 'ਚ ਪਾਣੀ ਵਰਤਦੇ ਹਾਂ। ਐਗਰੀਕਲਚਰਲ, ਜਿਵੇਂ ਆਪਾਂ ਹੁਣ ਤੁਸੀਂ ਲਗਾ ਲਓ ਵੀ ਪੰਜਾਬ ਦੇ ਵਿੱਚ ਝੋਨਾ, ਹੁਣ ਕਣਕ ਤੋਂ ਬਾਅਦ ਝੋਨਾ ਲੱਗੇਗਾ, ਤਾਂ ਝੋਨੇ ਦੀ ਜਿਹੜੀ ਨਸੈਸਿਟੀ ਹੈਗੀ ਹੈ, ਝੋਨੇ ਦੀ ਪਾਣੀ ਦੀ ਨਸੈਸਿਟੀ, ਉਹ ਕੌਣ ਪੂਰੀ ਕਰਦਾ ਪਿਆ? ਉਹ ਗਰਾਊਂਡ ਵਾਟਰ ਹੀ ਪੂਰੀ ਕਰ ਰਿਹਾ, ਠੀਕ ਹੈ। ਇਸ ਤੋਂ ਇਲਾਵਾ ਇੰਡਸਟਰੀਅਲ ਵਾਟਰ, ਜਿਹੜਾ ਇੰਡਸਟਰੀ ਵਾਸਤੇ ਵਾਟਰ ਚਾਹੀਦਾ, ਉਹ ਵੀ ਨੀਡਸ ਪੂਰੀਆਂ ਹੋ ਰਹੀਆਂ, ਠੀਕ ਹੈ। ਤਾਂ ਇਸ ਤੋਂ ਇਲਾਵਾ ਤੁਸੀਂ ਕਹਿ ਲਓ ਵੀ 1 ਮਿਲੀਅਨ ਆਫ ਦਾ ਜਿਹੜਾ ਹੈਗਾ ਹੈ ਵਰਲਡ ਦਾ ਇੱਕ ਮੈਨੀ ਪਾਰਟ ਪੂਰਾ ਇੱਕ ਵਾਟਰ ਹੈਗਾ, ਉਹ ਨੀਡਸ ਨੂੰ ਪੂਰਾ ਕਰਦਾ, ਵੀ ਜਿਹਦੇ ਵਿੱਚ ਡੋਮੈਸਟਿਕ ਆ ਜਾਂਦੀ ਹੈ, ਐਗਰੀਕਲਚਰਲ ਆ ਜਾਂਦੀ ਹੈ, ਐਂਡ ਕਿਹੜੀ ਆ ਜਾਂਦੀ? ਇੰਡਸਟਰੀਅਲ ਆ ਜਾਂਦੀ ਰਾਜੇ, ਠੀਕ ਹੈ ਰਾਜੇ। ਚਲੋ ਨੈਕਸਟ ਕੁਐਸਚਨ ਨਾਲ ਬਾਅਦ ਨੈਕਸਟ ਕੁਐਸਚਨ ਕੀ? ਵਿਚ ਫੁੱਟਬਾਲ ਕਲੱਬ ਹੈਜ਼ ਕਲੇਮਡ ਦਾ ਦੇਅਰ ਮੇਡਨ ਇੰਡੀਅਨ ਸੁਪਰ ਲੀਗ ਜਿਹੜੀ ਹੈਗੀ ਹੈ, ਠੀਕ ਹੈ, ਇੰਡੀਅਨ ਸੁਪਰ ਲੀਗ ਟਾਈਟਲ ਜਿੱਤਿਆ ਰਾਜੀ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਤਾਂ ਹੈਦਰਾਬਾਦ FC ਹੈਦਰਾਬਾਦ ਜਿੱਤਿਆ ਰਾਜੇ। ਤਾਂ ਹੈਦਰਾਬਾਦ ਨੇ ਇਹ ਟਾਈਟਲ ਜਿਹੜਾ ਹੈਗਾ ਉਹ ਆਪਦੇ ਨਾਮ ਕੀਤਾ ਰਾਜੇ। ਕਾਫੀ ਇੰਪੋਰਟੈਂਟ ਕੁਐਸਚਨ ਹੈ। ਹੈਦਰਾਬਾਦ ਨੇ ਇਹ ਟਾਈਟਲ ਆਪਣੇ ਨਾਮ ਕੀਤਾ। ਕਿਸਨੇ ਕੀਤਾ? ਹੈਦਰਾਬਾਦ ਨੇ ਕੀਤਾ, ਠੀਕ ਹੈ ਰਾਜੇ। ਹੈਦਰਾਬਾਦ ਇਜ਼ ਦਾ ਰਾਈਟ ਆਨਸਰ, ਠੀਕ ਹੈ। ਚਲੋ ਇਸ ਤੋਂ ਇਲਾਵਾ ਇਹਦੇ ਵਿੱਚ ਕੋਈ ਪੜ੍ਹਨਾ ਇੰਪੋਰਟੈਂਟ ਨਹੀਂ ਹੈਗਾ, ਠੀਕ ਹੈ। ਤੁਸੀਂ ਵੈਸੇ ਤੁਹਾਨੂੰ ਫਾਈਲ ਟੈਲੀਗ੍ਰਾਮ ਮਿਲ ਜਾਵੇ, ਤੁਸੀਂ ਰੀਡ ਕਰ ਲੈਣਾ, ਠੀਕ ਹੈ। ਚਲੋ ਨੈਕਸਟ ਕੁਐਸਚਨ ਕੀ ਹੈ? ਵਿਚ ਸਟੇਟ ਹੈਜ਼ ਸੈਲੀਬ੍ਰੇਟਡ ਦਾ ਫੈਸਟੀਵਲ ਆਫ ਕਲਰਸ, ਠੀਕ ਹੈ। ਕਲਰਸ ਦਾ ਫੈਸਟੀਵਲ ਹੋ ਗਿਆ, ਡੋਲ ਉਤਸਵ ਹੋ ਗਿਆ, ਜਾਂ ਡੋਲ ਯਾਤਰਾ ਹੋ ਗਈ, ਠੀਕ ਹੈ। ਡੋਲ ਉਤਸਵ ਹੋ ਗਿਆ, ਡੋਲ ਯਾਤਰਾ ਹੋ ਗਈ, ਜਾਂ ਰੰਗਾਂ ਦਾ ਤਿਉਹਾਰ ਹੋ ਗਿਆ। ਕਿੱਥੇ, ਕਿਸ ਸਟੇਟ, ਕਿਹੜੀ ਸਟੇਟ ਸੈਲੀਬ੍ਰੇਟ ਕਰਦੀ ਹੈ? ਬਿਹਾਰ ਕਰਦੀ ਹੈ, ਯੂਪੀ ਕਰਦੀ ਹੈ, ਜਾਂ ਉੜੀਸਾ, ਅਸਮ ਜਾਂ ਵੈਸਟ ਬੰਗਾਲ? ਕਿਹੜੀ ਸਟੇਟ ਕਰਦੀ ਰਾਜੇ? ਤਾਂ ਸਟੇਟ ਕਰੇਗੀ ਵੈਸਟ ਬੰਗਾਲ। ਕਿੱਥੇ ਹੋਵੇਗਾ? ਵੈਸਟ ਬੰਗਾਲ 'ਚ ਹੋਵੇਗਾ। ਇਹ ਕਾਫੀ ਇੰਪੋਰਟੈਂਟ ਹੈ। ਵੈਸਟ ਬੰਗਾਲ ਇਜ਼ ਦਾ ਰਾਈਟ ਆਨਸਰ। ਵੈਸਟ ਬੰਗਾਲ ਬਾਰੇ ਥੋੜ੍ਹਾ ਬਹੁਤ ਪੜ੍ਹ ਲੈਣੇ। ਵੈਸਟ ਬੰਗਾਲ ਵਿੱਚ ਹੋਰ ਕੀ ਇੰਪੋਰਟੈਂਟ ਚੀਜ਼ ਰਾਜੇ? ਤਾਂ
ਜਿਹੜਾ ਫੈਸਟੀਵਲ ਹੁੰਦਾ ਹੈ, ਮੇਨਲੀ ਜਿਹੜਾ ਫੈਸਟੀਵਲ ਹੁੰਦਾ ਰਾਜੇ, ਇਹ ਸਪਰਿੰਗ ਸੀਜ਼ਨ ਹੁੰਦਾ। ਤੁਹਾਨੂੰ ਸਭ ਨੂੰ ਪਹਿਲਾਂ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿਸ ਨੂੰ ਡੈਡੀਕੇਟ ਕੀਤਾ ਜਾਂਦਾ, ਕਿਸ ਨੂੰ, ਲਾਰਡ ਕ੍ਰਿਸ਼ਨਾ ਐਂਡ ਰਾਧਾ। ਲਾਰਡ ਕ੍ਰਿਸ਼ਨਾ ਐਂਡ ਰਾਧਾ ਨੂੰ ਜਿਹੜਾ ਡੈਡੀਕੇਟ ਕਰਕੇ ਸੈਲੀਬ੍ਰੇਟ ਆਫ ਫੁੱਲ ਮੂਨ ਡੇ, ਪੂਰੇ ਮੂਨ ਡੇ, ਚੰਦਰਮਾ ਵਾਲੇ ਦਿਨ ਇਹਨੇ ਫੁੱਲ ਮੂਨ ਡੇ ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ। ਡੈਡੀਕੇਟ ਕੀਤਾ ਕਿਸ ਨੂੰ ਕੀਤਾ ਜਾਂਦਾ, ਇਹ ਵੀ ਪੁੱਛ ਸਕਦੇ ਨੇ, ਸਟੈਟਿਕ ਜੀ ਕਿਤੇ ਕੁਐਸਚਨ ਬਣ ਸਕਦਾ ਹੈ ਵੀ ਕਿਸ ਨੂੰ ਡੈਡੀਕੇਟ ਕੀਤਾ ਜਾਂਦਾ ਹੈ, ਜੋ ਕਿ ਵੈਸਟ ਬੰਗਾਲ ਵਿੱਚ ਰੰਗਾਂ ਦਾ ਤਿਉਹਾਰ ਡੋਲ ਉਤਸਵ ਹੋ ਗਿਆ, ਡੋਲ ਯਾਤਰਾ ਹੋ ਗਈ, ਉਸ ਨੂੰ ਡੈਡੀਕੇਟਡ ਕੀਤਾ ਜਾਂਦਾ ਲਾਰਡ ਕ੍ਰਿਸ਼ਨਾ ਨੂੰ ਐਂਡ ਰਾਧਾ ਨੂੰ। ਠੀਕ ਹੈ ਰਾਜੇ, ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਇਟ ਆਲਸੋ ਮਾਰਕਸ ਦਾ ਲਾਸਟ ਫੈਸਟੀਵਲ, ਇਹ ਅਖੀਰਲਾ ਫੈਸਟੀਵਲ ਹੈ ਆਫ ਦਾ ਈਅਰ ਐਜ਼ ਪਰ ਬੰਗਾਲੀ ਕੈਲੰਡਰ, ਜੋ ਬੰਗਾਲ ਦਾ ਕੈਲੰਡਰ ਹੈ। ਬੰਗਾਲ ਦਾ ਕੈਲੰਡਰ ਜੋ ਕਿ ਇੱਕ ਕਹਿ ਦੋ ਵੀ ਇੱਕ ਦੇਸੀ ਕੈਲੰਡਰ, ਬੰਗਾਲ ਦਾ ਇੱਕ ਦੇਸੀ ਕੈਲੰਡਰ ਦੇ ਅਕੋਰਡਿੰਗ, ਬੰਗਾਲ ਦੇ ਇੱਕ ਦੇਸੀ ਕੈਲੰਡਰ ਦੇ ਅਕੋਰਡਿੰਗ ਇਹ ਕੀ ਹੈ, ਇਹ ਉਹਨਾਂ ਦਾ ਲਾਸਟ ਫੈਸਟੀਵਲ ਹੈ। ਲਾਸਟ ਫੈਸਟੀਵਲ ਇਹ ਵੀ ਪਤਾ ਹੋਣਾ ਚਾਹੀਦਾ। ਠੀਕ ਹੈ, ਕਾਫੀ ਇੰਪੋਰਟੈਂਟ ਕੁਐਸਚਨ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਇਨ ਦਾ ਈਸਟਰਨ ਰੀਜਨ ਭਾਰਤ, ਇੰਡੀਆ ਦੇ ਈਸਟਰਨ ਰੀਜਨ ਦੇ ਵਿੱਚ ਇਹ ਸੈਲੀਬ੍ਰੇਟ ਕੀਤਾ ਜਾਂਦਾ। ਠੀਕ ਹੈ, ਇਹ ਵੀ ਇੰਪੋਰਟੈਂਟ ਹੀ ਚੀਜ਼। ਹੋਰ ਇਸ ਤੋਂ ਇਲਾਵਾ ਦਾ ਇੱਕ ਫੈਸਟੀਵਲ ਸੈਲੀਬ੍ਰੇਸ਼ਨ ਬਾਈ ਥਰੂਇੰਗ, ਕੀ ਆਪਾਂ ਥਰੋ ਕੀ ਕਰਨੇ ਆ, ਗੁਲਾਲ ਹੋ ਗਏ। ਇਸ ਤੋਂ ਇਲਾਵਾ ਅਬੀਰ ਐਂਡ ਅਦਰ, ਠੀਕ ਹੈ, ਸਿੰਗਿੰਗ ਐਂਡ ਡਾਂਸਿੰਗ, ਢੋਲ ਢਮੱਕਾ, ਪੂਰੇ ਰੌਣਕ ਮੇਲਾ ਲੱਗਦਾ ਰਾਜੇ, ਤਾਂ ਇਹ ਸੈਲੀਬ੍ਰੇਟ ਕੀਤਾ ਜਾਂਦਾ। ਠੀਕ ਹੈ ਰਾਜੇ, ਇਸ ਤੋਂ ਇਲਾਵਾ ज़्यादा पढ़ने की लोड़ नहीं, ये काफ़ी इंपॉर्टेंट चीज़ है, तो ये इन्नी चीज़ कर सकते हो, इन्ना पोर्शन कर लो, काफ़ी ज़्यादा इंपॉर्टेंट रहा जी। ठीक है, इस अलावा की फैसटीवल ऑफ द वेस्ट बंगाल के फैसटीवल कह दो भी भारो मश ई तारो परबन। ठीक है, विच मीनस द 13 फैसटीवल ऑफ द 12 ईयर, ਜਿਹੜੇ 12 ਮਹੀਨਿਆਂ ਦੇ ਵਿੱਚ 13 ਫੈਸਟੀਵਲ ਹੈਗਾ। ਲਾਈਫ in West Bengal is the full of the atheism and delight all through the years, पूरे साल जगमग करदी लाइट जगमग करदी हुंदी। ठीक है जी, ਤਾਂ ਇਹ ਕਹਿ ਦੋ ਵੀ ਇੱਕ ਸਾਲ ਦਾ ਲਾਸਟ ਫੈਸਟੀਵਲ ਹੁੰਦਾ ਜੋ ਕਿ ਬਿਹਾਰ ਵਾਸਤੇ ਬਹੁਤ ਇੰਪੋਰਟੈਂਟ, ਬਹੁਤ ਮਾਇਨੇ ਰੱਖਦਾ ਹੈ। ਇਸ ਤੋਂ ਇਲਾਵਾ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ the book Wrist Assured an autobiography is an autobiography of which former Indian cricketer, ਕਿਹੜੇ former Indian cricketer ਦੀ ਇੱਕ ਆਟੋਬਾਇਓਗ੍ਰਾਫੀ ਹੈਗੀ ਹੈ ਰਿਸਟ ਐਸ਼ੋਰਡ ਕਿਸ ਦੀ ਹੈਗੀ ਰਾਜੇ, ਉਹ ਹੈਗੀ ਹੈ BR ਵਿਸ਼ਵਾਨਾਥ ਦੀ। ਕਾਫੀ ਇੰਪੋਰਟੈਂਟ ਕੁਐਸਚਨ ਹੈ। BR ਵਿਸ਼ਵਾਨਾਥ ਬਾਰੇ ਤੁਸੀਂ ਪੜ੍ਹਿਆ ਹੋਵੇਗਾ, BR ਵਿਸ਼ਵਾਨਾਥ ਬਾਰੇ। ਤਾਂ BR ਵਿਸ਼ਵਾਨਾਥ ਕੀ ਸੀ, ਵੀ ਕਿ ਮੁਡਾਪਾ ਰੰਗਾਨਾਥਾ ਵਿਸ਼ਵਾਨਾਥ। ਠੀਕ ਹੈ, ਇਹ ਕੀ ਸੀ, ਇਹ ਇੰਡੀਅਨ ਕ੍ਰਿਕੇਟਰ ਸੀਗੇ ਜਿਹੜੇ ਕਿ 1969 ਤੋਂ ਲੈ ਕੇ 1986 ਤੱਕ ਇਹਨਾਂ ਨੇ ਇਹ ਲਿਖਿਆ ਨਾ ਟੈਸਟ ਕ੍ਰਿਕਟ ਫॉर ਇੰਡੀਆ ਬਿਟਵੀਨ 1969 ਐਂਡ 86 ਐਂਡ ਮੇਕਿੰਗ 91 ਅਪੀਅਰੈਂਸ। ਜੋ ਕੀ ਹੈ 1969 ਤੋਂ ਲੈ ਕੇ 1986 ਤੱਕ ਮੈਚ ਜਿੰਨੇ ਵੀ ਹੋਏ ਨੇ ਉਹਨਾਂ 'ਚ 91 ਵਾਰ ਇਹਨਾਂ ਨੇ ਆਪਣੀ ਅਪੀਅਰੈਂਸ ਮੀਨਸ ਪ੍ਰੈਜ਼ੈਂਟ ਹੋਏ ਨੇ, ਮੀਨਸ 91 ਮੈਚ ਖੇਡੇ ਨੇ, ਜਿਨ੍ਹਾਂ ਵਿੱਚ ਉਹਨਾਂ ਨੇ ਮੋਰ ਦੈਨ ਜਿਹੜੇ ਹੈਗਾ 6000 ਰਨ ਬਣਾਏ, 6000 ਤੋਂ ਜ਼ਿਆਦਾ ਰਨ ਬਣਾਏ ਨੇ। ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਫਾਰਮਰ ਇੰਡੀਅਨ ਕ੍ਰਿਕੇਟਰ ਕਪਿਲ ਦੇਵ ਐਂਡ ਸੁਨੀਲ ਗਵਾਸਕਰ ਰਿਲੀਜ਼ ਦ ਬੁੱਕ ਐਟ the ceremony held in the first day of the second day night ਨੂੰ ਇਹਨਾਂ ਨੇ ਕੀਤਾ। ਠੀਕ ਹੈ, ਟੈਸਟ ਬਿਟਵੀਨ ਇੰਡੀਆ ਐਂਡ ਸ਼੍ਰੀਲੰਕਾ ਇਨ ਬੰਗਲੌਰੂ ਕਰਨਾਟਕਾ ਬੰਗਲੌਰੂ ਦੇ ਵਿੱਚ ਇਹਨਾਂ ਨੇ ਇੱਕ ਬੁੱਕ ਨੂੰ ਰਿਲੀਜ਼ ਕੀਤਾ। ਕਪਿਲ ਦੇਵ ਐਂਡ ਸੁਨੀਲ ਗਵਾਸਕਰ ਨੇ ਇਸ ਬੁੱਕ ਨੂੰ ਰਿਲੀਜ਼ ਕੀਤਾ, ਜੋ ਕਾਫੀ ਇੰਪੋਰਟੈਂਟ, ਕਾਫੀ ਮਾਇਨੇ ਰੱਖਦਾ ਆਪਣੀ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਇਸ ਤੋਂ ਇਲਾਵਾ ਸੇਲ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਹਿਊਜ ਡਿਸਕਾਊਂਟ ਮਿਲ ਜਾ ਰਿਹਾ ਤੁਹਾਨੂੰ ਰਾਜੇ। ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਆਪਾਂ ਇੱਕ ਨੈਕਸਟ ਇਨਿੰਗ ਲਾਸਟ ਜਿੰਨੀਆਂ ਵੀ ਵਾਰੀ ਜੋਬਸ ਆਈਆਂ ਨੇ CBC ਨੇ ਹਰ ਜੋਬ ਦੇ ਵਿੱਚ, ਹਰ ਡਿਪਾਰਟਮੈਂਟ ਵਿੱਚ ਆਪਣੇ ਸਟੂਡੈਂਟਸ ਦਿੱਤੇ ਨੇ। ਠੀਕ ਹੈ, ਆਪਣੇ ਜੋ ਸਾਡੇ ਕੋਲ ਪੜ੍ਹੇ ਨੇ ਉਹਨੂੰ ਹਰ ਥਾਂ ਜੋਬ ਲੱਗਣ। ਲਾਸਟ ਵਾਰੀ ਹੁਣ ਪੰਜਾਬ ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਭਰਤੀ ਹੋਈ ਹੈ ਰਾਜੇ। ਠੀਕ ਹੈ ਰਾਜੇ, ਤਾਂ ਇਸ ਤੋਂ ਇਲਾਵਾ ਇਹ 2 ਦਿਨ ਦੀ ਸੇਲ ਅਪ੍ਰੈਲ ਦੇ ਫਸਟ ਵੀਕ ਲੱਗ ਰਹੀ ਹੈ। ਹੋ ਸਕਦਾ 1 ਅਪ੍ਰੈਲ ਨੂੰ ਲੱਗ ਜੇ। ਤੁਸੀਂ ਇਸ ਸੇਲ ਦਾ ਲਾਭ ਲੈਣਾ ਹੈ ਕਿਉਂਕਿ ਬਾਅਦ ਵਿੱਚ ਕੋਰਸਿਸ ਦੀ ਪ੍ਰਾਈਸ ਆਟੋਮੈਟਿਕਲੀ ਇਨਕਰੀਜ਼ ਹੋ ਜਾਵੇਗੀ। 2 ਡੇ ਬਿਗ ਸੇਲ ਲੱਗਣ ਜਾ ਰਹੀ ਹੈ ਜੀ। ਠੀਕ ਹੈ, ਚਲੋ ਇਸ ਤੋਂ ਇਲਾਵਾ ਅਪਕਮਿੰਗ ਵੈਕੈਂਸੀ, ਸਾਰੀਆਂ ਵੈਕੈਂਸੀਜ਼ ਦੇ ਸਾਰੇ ਕੋਰਸ ਤੁਹਾਨੂੰ ਵਿੱਚ ਮਿਲਣਗੇ ਐਪ ਦੇ ਵਿੱਚ। ਠੀਕ ਹੈ ਜੀ, ਇਸ ਤੋਂ ਇਲਾਵਾ ਜਿਹਨਾਂ ਨੂੰ ਆਫਲਾਈਨ ਕੋਚਿੰਗ ਲੈਣ ਜਾ ਰਹੇ ਨੇ ਤਾਂ 10,000 ਜੋ ਕਿ
ਪੰਜਾਬ ਪੁਲਿਸ ਵਿੱਚ ਵੈਕੈਂਸੀਜ਼ ਨੇ 1 ਅਪ੍ਰੈਲ ਤੋਂ ਆਫਲਾਈਨ ਬੈਚ ਸਟਾਰਟ ਹੋ ਰਹੇ ਨੇ ਜਿਹੜਾ ਜੀ। ਤਾਂ ਹਬੋਰ ਦੇ ਵਿੱਚ ਆਫਲਾਈਨ ਬੈਚ ਸਟਾਰਟ ਹੋ ਰਹੇ ਨੇ ਕਲਾਸ ਬਾਈ ਐਕਸਪਰਟ 6400 ਜਿਹੜੀ ਫਾਈਨਲ ਸਿਲੈਕਸ਼ਨਸ ਟਾਈਮਿੰਗ 10 ਵਜੇ ਰਾਜੇ, ਠੀਕ ਹੈ। ਪੰਜਾਬ ਪੁਲਿਸ ਦੇ ਆਫਲਾਈਨ ਬੈਚ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਅਗਰ ਤੁਸੀਂ ਹਬੋਰ ਦੇ ਆਸ-ਪਾਸ ਹੋ ਤਾਂ, ਠੀਕ ਹੈ। तो नंबर पर कॉल कर लेनी है 95 222 95 232 पर। कितना नंबर आ जाए 95 222 95 232 पर, ठीक है राजे। चलो नेक्स्ट क्वेश्चन में बाद नेक्स्ट क्वेश्चन की अपने को नेक्स्ट क्वेश्चन है विच बैंक हैज़ लॉन्च द स्मार्ट हब जी है स्मार्ट हब विजाप प्रोग्राम एंड ऑटो फर्स्ट ऐप किसने स्टार्ट की राजे? HDFC बैंक ने स्टार्ट की। ਤਾਂ HDFC ਬੈਂਕ ਨੇ ਲੋਨ ਵਾਸਤੇ ਸਟਾਰਟ ਕੀਤੀ ਰਾਜੇ। ਤਾਂ ਇਹ ਸਿੰਪਲ ਕੁਐਸਚਨ ਤੁਸੀਂ ਇੰਨਾ ਪੜ੍ਹ ਸਕਦੇ ਹੋ, ਕੋਈ ਜ਼ਿਆਦਾ ਇਹਦੇ 'ਚ ਜ਼ਿਆਦਾ ਪੜ੍ਹਨਾ ਫਾਇਦਾ ਨਹੀਂ ਹੈਗਾ, ਠੀਕ ਹੈ ਰਾਜੇ। ਤੁਸੀਂ ਇੰਨਾ ਕਰ ਸਕਦੇ ਹੋ, ਜਿੰਨਾ ਪੇਪਰ 'ਚ ਆਉਂਦਾ ਉਨਾ ਹੀ ਆਪਾਂ ਕਰੀਏ ਤਾਂ ਬੈਟਰ ਰਹਾਂਗੇ। ਉਨੀ ਕਹਿ ਦਿਓ ਵੀ ਕਈ ਵਾਰੀ ਆਪਾਂ ਅਨਨੈਸੈਸਰੀ ਚੀਜ਼ਾਂ ਪੜ੍ਹ ਲੈਣੇ ਜੋ ਕਿ ਪੇਪਰ ਪੁਆਇੰਟ ਆਫ ਵਿਊ ਇੰਪੋਰਟੈਂਟ ਨਹੀਂ ਹੁੰਦੀਆਂ, ਬਟ ਸਾਡਾ ਦੇਣ ਦਾ ਫਰਜ਼ ਹੈ, ਪਰ ਤੁਹਾਨੂੰ ਦੱਸਣ ਦਾ ਵੀ ਫਰਜ਼ ਹੈਗਾ ਵੀ ਕਿਹੜੀ ਚੀਜ਼ ਇੰਪੋਰਟੈਂਟ ਹੈ, ਕਿਹੜੀ ਚੀਜ਼ ਇੰਪੋਰਟੈਂਟ ਨਹੀਂ ਹੈਗੀ, ਠੀਕ ਹੈ ਰਾਜੇ। ਚਲੋ ਹਾਂਜੀ ਨੈਕਸਟ ਕੁਐਸਚਨ ਕੀ ਹੈ? ਜਿਹੜਾ ਬਨੌਰ ਸਿੰਘ ਜਿਹੜੇ ਨੇ ਉਹ ਚੀਫ ਮਿਨਿਸਟਰ ਬਣੇ ਨੇ। ਕਿੱਥੋਂ ਦੇ ਚੀਫ ਮਿਨਿਸਟਰ ਬਣੇ ਰਾਜੇ? ਮਣੀਪੁਰ ਦੇ ਬਣੇ ਕਿ ਮੇਘਾਲਿਆ ਦੇ ਬਣੇ ਨੇ? ਕਿੱਥੋਂ ਦੇ ਬਣੇ ਨੇ ਰਾਜੇ? ਕਾਫੀ ਇੰਪੋਰਟੈਂਟ ਕੁਐਸਚਨ ਹੈ। ਹਾਂਜੀ ਦੱਸੋ ਰਾਜੇ ਕਿੱਥੋਂ ਦੇ ਬਣੇ ਨੇ? ਮਣੀਪੁਰ ਦੇ ਬਣੇ ਨੇ। ਬੀਜੇਪੀ ਦੇ ਮੇਨ ਲੀਡਰ ਨੇ, ਬੀਜੇਪੀ ਦੇ ਮੇਨ ਲੀਡਰ ਨੇ, ਭਾਰਤੀ ਜਨਤਾ ਪਾਰਟੀ ਦੇ ਮੇਨ ਲੀਡਰ ਨੇ, ਠੀਕ ਹੈ, ਜਿਨ੍ਹਾਂ ਨੇ ਮਣੀਪੁਰ ਦੀ ਦੂਸਰੀ ਵਾਰੀ ਸਹੁੰ ਚੁੱਕੀ ਹੈ, ਸੈਕਿੰਡ ਟਰਮ ਸਹੁੰ ਚੁੱਕੀ ਹੈ। ਪਹਿਲਾਂ ਵੀ ਇਹੀ ਸੀਗੇ, ਠੀਕ ਹੈ। 21 ਮਾਰਚ ਉਹਨਾਂ ਨੇ ਸਹੁੰ ਚੁੱਕੀ ਹੈ, ਜਿਵੇਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਮਣੇ ਸਹੁੰ ਚੁੱਕੀ ਹੈ, ਤਾਂ ਮਣੀਪੁਰ ਦੇ ਵਿੱਚ ਤਾਂ ਬੀਜੇਪੀ ਦੇ ਜੋ ਲੀਡਰ ਨੇ, ਠੀਕ ਹੈ, ਬਨੌਰ ਸਿੰਘ, ਉਹਨਾਂ ਨੇ ਸਹੁੰ ਚੁੱਕੀ ਹੈ। ਤਾਂ ਰੂਲਿੰਗ ਪਾਰਟੀ ਸੀ ਬੀਜੇਪੀ, ਜਿਨ੍ਹਾਂ ਜੋ ਕਿ ਮਣੀਪੁਰ ਦੀਆਂ ਸਾਰੀਆਂ 60 ਦੀਆਂ 60 ਸੀਟਾਂ ਉੱਪਰ ਲੜੀ ਸੀ। 60 ਸੀਟਾਂ 'ਚ ਉਹਨਾਂ ਨੂੰ ਕਿੰਨੀਆਂ ਸੀਟਾਂ ਆਈਆਂ ਸੀ? 32 ਸੀਟਾਂ ਆਈਆਂ ਸੀਟਾਂ 'ਚ 32 ਸੀਟਾਂ ਆਈਆਂ ਸੀ। ਬਟ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ, ਇਹਨਾਂ ਦੇ ਨਾਲ ਕਹਿਣ ਦੋ ਇਹਨਾਂ ਨਾਲ ਹੋਰ ਕਾਫੀ ਜਿਹੜੇ ਲੈਫਟ ਪਾਰਟੀਜ਼ ਕਾਫੀ ਜੁੜ ਗਈਆਂ ਸੀ, ਜਿਨ੍ਹਾਂ ਦੇ ਵਿੱਚ ਜਨਤਾ ਦਲ ਯੂਨਾਈਟਿਡ, ਠੀਕ ਹੈ, ਐਂਡ ਦਾ NPF ਦਾ ਨਿਊਲੀ ਫਾਰਮੇਟ ਕੁਕੀ ਪੀਪਲ ਅਲਾਈਅੰਸ, ਠੀਕ ਹੈ, ਕੁਕੀਜ਼ ਪੀਪਲ ਅਲਾਈਅੰਸ ਹੋ ਗਿਆ, 2 ਇੰਡੀਪੈਂਡੈਂਟ MLA ਹੋ ਗਏ, ਸਾਰੇ ਜੁੜ ਗਏ ਸੀ ਰਾਜੇ। ਜਿਵੇਂ ਇਹਨਾਂ ਕੋਲ ਜਨਤਾ ਦਲ ਨੇ 6 ਸੀਟਾਂ ਜਿੱਤੀਆਂ, ਰਾਜੇ, ਠੀਕ ਹੈ। ਉਸ ਤੋਂ ਇਲਾਵਾ NPF ਨੇ 5 ਸੀਟਾਂ ਜਿੱਤੀਆਂ ਸੀ ਰਾਜੇ। ਇਸ ਤੋਂ ਇਲਾਵਾ ਕੁਕੀਜ਼ ਪਾਰਟੀ ਨੇ 2 ਸੀਟਾਂ ਜਿੱਤੀਆਂ ਸੀ। ਤਾਂ ਸਾਰੇ ਮਿਲਾ ਕੇ ਪੂਰੇ ਬੀਜੇਪੀ ਨੇ ਹੋਮ ਹਮਾ ਕੇ ਸਰਕਾਰ ਬਣਾਈ, ਠੀਕ ਹੈ। ਲਾਜ ਬਚ ਗਈ ਬੀਜੇਪੀ ਦੀ ਇੱਥੇ, ਠੀਕ ਹੈ ਰਾਜੇ। ਚਲੋ ਨੈਕਸਟ ਕੁਐਸਚਨ ਬਾਅਦ ਨੈਕਸਟ ਕੁਐਸਚਨ ਕੀ ਆਪਣੇ ਕੋਲ ਵਿਚ ਇੰਡੀਅਨ ਇਕਨੋਮਿਸਟ ਹੈਜ਼ ਨੇਮਡ ਐਜ਼ ਦਾ ਮੈਂਬਰ ਆਫ UN's ਐਡਵਾਈਜ਼ਰੀ ਬੋਰਡ? UN ਦੇ ਐਡਵਾਈਜ਼ਰੀ ਬੋਰਡ ਦੇ ਵਿੱਚ ਕਿਸ ਨੂੰ ਮੈਂਬਰ ਬਣਾਇਆ ਗਿਆ? UN ਦੇ ਐਡਵਾਈਜ਼ਰੀ ਬੋਰਡ 'ਚ ਕਿਸ ਨੂੰ ਮੈਂਬਰ ਬਣਾਇਆ ਗਿਆ, ਠੀਕ ਹੈ ਰਾਜੇ? ਤਾਂ ਜੈਤੀ ਘੋਸ਼ ਨੂੰ ਬਣਾਇਆ ਗਿਆ। ਗੱਲ ਯਾਦ ਰੱਖ ਲੈਣੀ, ਕਿਸ ਨੂੰ? ਜੈਤੀ ਘੋਸ਼ ਨੂੰ ਬਣਾਇਆ ਗਿਆ। ਕਾਫੀ ਇੰਪੋਰਟੈਂਟ ਕੁਐਸਚਨ ਹੈ। ਜੈਤੀ ਘੋਸ਼ ਇਜ਼ ਦਾ ਰਾਈਟ ਆਂਸਰ, ਠੀਕ ਹੈ। ਚਲੋ ਨੈਕਸਟ ਕੁਐਸਚਨ ਕੀ ਹੈ? ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਆਪਣੇ ਕੋਲ ਸਰਦਾਰ ਬਰਦੀ ਮੁਖੂਦੇਵ, ਸਰਦਾਰ ਬਰਖੀ ਮੁਖੂਦੇਵ ਇਲੈਕਟਡ ਐਜ਼ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ? ਕਿਹੜੀ ਕੰਟਰੀ ਦੇ ਇਹ ਪ੍ਰੈਜ਼ੀਡੈਂਟ ਬਣੇ ਨੇ ਜਿਹੜੇ ਮੁਖੂਦੇਵ ਨੇ? ਕਿਸ ਕੰਟਰੀ ਬਣੇ ਨੇ? ਇਹ ਬਣੇ ਨੇ ਤੁਰਜਕਸਤਾਨ ਦੇ ਬਣੇ ਰਾਜੇ, ਠੀਕ ਹੈ। ਤੁਰਜਕਸਤਾਨ ਬਾਰੇ ਆਪਾਂ ਹੋਰ ਇਨਫੋਰਮੇਸ਼ਨ ਪੜ੍ਹ ਲੈਣੇ। ਹੋਰ ਇਨਫੋਰਮੇਸ਼ਨ ਕੀ ਹੈ ਰਾਜੇ? ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ। ਇਸ ਤੋਂ ਇਲਾਵਾ ਇਹ ਕਾਫੀ ਰਿਚ ਨੇ। ਇਸ ਤੋਂ ਇਲਾਵਾ ਆਹ ਇੰਪੋਰਟੈਂਟ ਕਾਫੀ ਹੈ, ਇਹ ਚੀਜ਼ਾਂ ਇੰਪੋਰਟੈਂਟ, ਇਹ ਚੀਜ਼ਾਂ ਪੜ੍ਹਨ ਵਾਲੀਆਂ ਨੇ। ਇਹਦੇ 'ਚ ਕੀ ਹੈਗਾ? ਕੈਪੀਟਲ ਕਿਹੜੀ ਹੈਗੀ ਹੈ? ਆਸ਼ਗਾਬਾਦ ਕੈਪੀਟਲ ਹੈ ਤੁਰਕਮਸਤਾਨ ਦੀ, ਠੀਕ ਹੈ। ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਕੌਣ ਬਣੇ ਨੇ? ਸਰਦਾਰ ਕਿਹੜਾ ਸੀ ਬਰਦੂ ਮੁਖੂਦੇਵ, ਠੀਕ ਹੈ। ਇਸ ਤੋਂ ਇਲਾਵਾ ਕਰੰਸੀ ਕੀ ਚੱਲਦੀ? ਕਰੰਸੀ ਚੱਲਦੀ ਮੰਨਤ ਚੱਲਦੀ ਰਾਜੇ। ਪਾਪੂਲੇਸ਼ਨ ਕਿੰਨੀ ਹੈ? 60.3 ਲੱਖ ਪਾਪੂਲੇਸ਼ਨ ਹੈ, ਠੀਕ ਹੈ। ਵਰਲਡ ਬੈਂਕ ਤੇ ਉਸ ਤੋਂ ਇਲਾਵਾ ਓਫੀਸ਼ੀਅਲ ਲੈਂਗੁਏਜ ਕੀ? ਓਫੀਸ਼ੀਅਲ ਲੈਂਗੁਏਜ ਹੈਗੀ ਹੈ ਤੁਰਕਮਨ ਓਫੀਸ਼ੀਅਲ ਲੈਂਗੁਏਜ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣਾ ਚਾਹੀਦੀਆਂ। ਕਾਫੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਨੈਕਸਟ ਕੁਐਸਚਨ ਕੀ ਆਪਣੇ ਕੋਲ? ਹੂ ਹੈਜ਼ ਵਨ ਦਾ coveted ਸਪੋਰਟ ਸਟਾਰ ਆਫ ਦਾ ਈਅਰ ਮੇਲਸ ਦੇ ਵਿੱਚ ਕਿਸ ਨੂੰ ਅਵਾਰਡ ਮਿਲਿਆ? ਮੇਲਸ ਦੇ ਵਿੱਚ ਰਾਜੇ ਅਵਾਰਡਸ ਮਿਲਿਆ ਹੈ ਆਈ ਥਿੰਕ ਨੀਰਜ ਚੋਪੜਾ ਨੂੰ ਮਿਲਿਆ। ਕਿਸ ਨੂੰ ਮਿਲਿਆ? ਨੀਰਜ ਚੋਪੜਾ ਜੀ ਨੂੰ ਮਿਲਿਆ। ਨੀਰਜ ਚੋਪੜਾ ਜੀ ਓਲੰਪਿਕ ਖੇਡ ਕੇ ਨੀਰਜ ਚੋਪੜਾ ਟੋਕੀਓ ਓਲੰਪਿਕ ਦੇ ਵਿੱਚ ਇਹਨਾਂ ਨੇ 골ਡ ਮੈਡਲ ਜਿੱਤਿਆ ਸੀ, ਇਹਨਾਂ ਨੂੰ ਇਨਾਮ ਮਿਲਿਆ। ਬਿਲਕੁਲ ਸਹੀ ਜੀ, ਨੀਰਜ ਚੋਪੜਾ ਜੀ ਨੂੰ ਮਿਲਿਆ। ਤਾਂ ਨੀਰਜ ਚੋਪੜਾ ਜੀ ਬਾਰੇ ਆਪਾਂ ਪੜ੍ਹ ਲੈਣਾ ਕੀ ਹੈ? ਨੀਰਜ ਚੋਪੜਾ ਬਾਰੇ ਪੜ੍ਹ ਲੈਣਾ ਕੀ ਹੈਗੇ? ਟੋਕੀਓ ਓਲੰਪਿਕ 골ਡ ਮੈਡਲਿਸਟ ਜਿਹੜੇ ਨੀਰਜ ਚੋਪੜਾ ਜੀ ਨੂੰ ਅਵਾਰਡ ਮਿਲਿਆ, ਸੁਪਰਸਟਾਰ ਅਵਾਰਡ ਮਿਲਿਆ ਰਾਜੇ, ਠੀਕ ਹੈ, ਜਿਸ ਮੇਲਸ ਦੇ ਵਿੱਚ। ਤਾਂ ਇਹਨਾਂ ਨੇ ਆਪਣੇ
ਕਹਿ ਦੋ ਵੀ ਇਹਨਾਂ ਨੇ ਇੱਕ ਓਲੰਪਿਕਸ ਦੇ ਵਿੱਚ ਬਹੁਤ ਵਧੀਆ ਇੰਡੀਆ ਦਾ ਨਾਮ ਕੀਤਾ, ਠੀਕ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਵੇਟ ਲਿਫਟਰ ਮੀਰਾਬਾਈ ਚਨੂ ਜਿਨ੍ਹਾਂ ਨੂੰ ਸਿਲਵਰ ਅਵਾਰਡ ਮਿਲਿਆ ਸੀ ਟੋਕੀਓ ਓਲੰਪਿਕ ਦੇ ਵਿੱਚ, ਇਹਨਾਂ ਨੂੰ ਫੀਮੇਲਸ ਦੇ ਵਿੱਚ ਅਵਾਰਡ ਮਿਲਿਆ। ਮੇਲਸ ਦੀ ਗੱਲ ਕਰੀਏ ਸੁਪਰਸਟਾਰ ਆਫ ਦਾ ਈਅਰ ਮੇਲਸ ਦੀ ਗੱਲ ਕਰੀਏ ਤਾਂ ਨੀਰਜ ਚੋਪੜਾ, ਫੀਮੇਲਸ ਦੀ ਗੱਲ ਕਰੀਏ ਤਾਂ ਨੀਰਾਬਾਈ ਚੰਨੂ, ਠੀਕ ਹੈ, ਜੋ ਫੀਮੇਲਸ ਦੇ ਵਿੱਚ ਅਵਾਰਡ ਮਿਲਿਆ ਹੈ, ਟੋਕੀਓ ਦੇ ਵਿੱਚ ਅਵਾਰਡ ਮਿਲਿਆ। ਟੋਕੀਓ ਓਲੰਪਿਕਸ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਸਿਲਵਰ ਮੈਡਲ ਜਿੱਤਿਆ ਸੀ, ਤਾਂ ਕਰਕੇ ਇਹਨਾਂ ਨੂੰ ਅਵਾਰਡ ਮਿਲਿਆ, ਠੀਕ ਹੈ ਰਾਜੀ। ਚਲੋ ਨੈਕਸਟ ਕੁਐਸਚਨ ਕੀ ਹੈ? ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਅਲਾਇਸ਼ਾ ਬਰਾਟੀ ਹੂ ਰਿਸੈਂਟਲੀ ਅਨਾਉਂਸਸ ਹਰ ਰਿਟਾਇਰਮੈਂਟ ਫਰੋਮ ਟੈਨਿਸ। ਕਿਸ ਕੰਟਰੀ ਦੇ ਨੇ? ਕਿਸ ਕੰਟਰੀ ਦਾ? ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਕਿਸ ਕੰਟਰੀ ਦੇ ਨੇ ਉਹ, ਠੀਕ ਹੈ, ਕਾਫੀ ਇੰਪੋਰਟੈਂਟ ਕੁਐਸਚਨ, ਕਿਸ ਕੰਟਰੀ ਦੇ ਨੇ ਉਹ? ਤਾਂ ਕਿਸ ਕੰਟਰੀ ਦੇ ਨੇ? ਆਸਟ੍ਰੇਲੀਆ ਦੇ ਨਾਲ ਜੀ, ਕਾਫੀ ਇੰਪੋਰਟੈਂਟ ਕੁਐਸਚਨ। ਆਸਟ੍ਰੇਲੀਆ ਦੇ ਨੇ ਜੋ ਕਿ ਜਿਨ੍ਹਾਂ ਨੇ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਇਲਾਵਾ ਨੈਕਸਟ ਕੁਐਸਚਨ ਕੀ ਆਪਣੇ ਕੋਲ? ਨੈਕਸਟ ਕੁਐਸਚਨ ਹੈਗਾ ਵਟ ਇਜ਼ ਦ ਥੀਮ ਆਫ ਦਾ Suljam 2.00 campaign for grey water management recently launched Jal Shakti Minister Gajendra Singh Shekhawat ਨੇ ਗ੍ਰੇ ਵਾਟਰ ਮੈਨੇਜਮੈਂਟ ਵਾਸਤੇ ਇੱਕ ਨਵਾਂ ਕੰਪੇਨ ਸਟਾਰਟ ਕੀਤਾ, ਕਿਸ ਨੂੰ ਕੀ ਬੋਲਿਆ ਜਾਂਦਾ ਹੈ? ਸੋਲਜ਼ਮ 2.0 ਵਿੱਚ ਕਰਦੇ ਕੀ ਨੇ? ਮੇਨਲੀ ਇਹ ਜਿਹੜੇ ਵਾਟਰ ਜਿਹੜੇ ਆਪਣੇ ਕੋਲ ਹੁੰਦੇ ਨੇ ਵੇਸਟੇਜ ਵਾਟਰ ਨੂੰ ਕੀ ਕਰਦੇ ਨੇ? ਉਹਨੂੰ ਇਨਵਿਜ਼ੀਬਲ ਨੂੰ ਵਿਜ਼ੀਬਲ ਬਣਾਉਂਦੇ ਨੇ। ਗਰਾਊਂਡ ਵਾਟਰ ਮੇਕਿੰਗ ਦਾ ਇਨਵਿਜ਼ੀਬਲ ਟੂ ਵਿਜ਼ੀਬਲ, ਠੀਕ ਹੈ। ਤਾਂ ਇਸ ਦੇ ਬਾਰੇ ਆਪਾਂ ਪੜ੍ਹਦੇ ਹਾਂ, ਇਸ ਬਾਰੇ ਕੀ ਹੈਗਾ ਜੋ ਕਿ ਗ੍ਰੇ ਵਾਟਰ ਦਾ ਮਤਲਬ ਕੀ ਹੁੰਦਾ ਹੈ? ਗ੍ਰੇ ਵਾਟਰ ਦਾ ਮਤਲਬ ਰਾਜੇ ਉਹ ਹੁੰਦਾ ਜਿਹੜਾ ਆਪਣਾ ਵੇਸਟੇਜ ਪਾਣੀ ਵਿੱਚ ਜਿਹੜਾ ਕਿ ਘਰਾਂ ਦਾ ਜਾਂ ਆਫਿਸਿਸ ਦਾ ਵੇਸਟੇਜ ਪਾਣੀ ਹੁੰਦਾ ਹੈ, ਉਸ ਨੂੰ ਇੱਕ ਦੁਬਾਰਾ ਤੋਂ ਫਾਰਮ 'ਚ ਤਿਆਰ ਕਰਦੇ ਨੇ, ਠੀਕ ਹੈ ਰਾਜੇ। ਇਸ ਦੇ ਵਿੱਚ ਉਹ ਵਾਲਾ ਵਾਟਰ ਨਹੀਂ ਹੁੰਦਾ ਜਿਵੇਂ ਟੋਇਲਟਸ ਦਾ ਹੋ ਗਿਆ ਜਾਂ ਟੋਇਲਟਸ ਦਾ ਹੋ ਗਿਆ, ਇਹ ਚੀਜ਼ਾਂ ਵਾਟਰ ਨਹੀਂ, ਸਿਰਫ ਸਿੰਕ ਹੋ ਗਿਆ, ਠੀਕ ਹੈ, ਸ਼ਾਵਰਸ ਦਾ ਹੋ ਗਿਆ, ਬਾਥ ਹੋ ਗਿਆ, ਇਹ ਵਾਲੀਆਂ ਚੀਜ਼ਾਂ ਕਿਹੜੇ ਚੀਜ਼ ਪਾਣੀ ਗ੍ਰੇ ਵਾਟਰ ਯਾਦ ਰੱਖਿਆ ਤੇ ਕਿਹੜੇ ਵਾਟਰ ਇਨਕਲੂਡ ਹੁੰਦਾ ਹੈ? ਸ਼ਿੰਕਸ ਦਾ ਹੋ ਗਿਆ, ਠੀਕ ਹੈ, ਸ਼ਾਵਰਸ ਦਾ ਹੋ ਗਿਆ, ਇਸ ਤੋਂ ਇਲਾਵਾ ਬਾਥਸ ਹੋ ਗਿਆ, ਵਾਸ਼ਿੰਗ ਮਸ਼ੀਨਸ ਦਾ ਹੋ ਗਿਆ, ਠੀਕ ਹੈ, ਡਿਸ਼ ਵਾਸ਼ਰਸ ਦਾ ਹੋ ਗਿਆ। ਇਹ ਵਾਲੇ ਪਾਣੀ ਨੂੰ ਗ੍ਰੇ ਵਾਟਰ ਨੂੰ ਇੱਕ ਕਰਦੇ ਨੇ, ਉਹਨੂੰ ਇਨਵਿਜ਼ੀਬਲ ਨੂੰ ਵਿਜ਼ੀਬਲ ਬਣਾਉਂਦੇ ਨੇ, ਠੀਕ ਹੈ ਰਾਜੇ। ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਵਾਲਾ, ਤੁਸੀਂ ਦੋਨੋਂ ਦੀ ਮੀਨਿੰਗ ਸਮਝ ਲਓ। ਇਹਦੇ ਵਿੱਚ ਟੋਇਲਟ ਵਗੈਰਾ ਪਾਣੀ ਜਿਹੜੇ ਉਹ ਵਾਲੇ ਯੂਜ਼ ਨਹੀਂ ਹੁੰਦਾ ਗ੍ਰੇ ਵਾਟਰ ਪਾਣੀ ਦੇ ਵਿੱਚ, ਠੀਕ ਹੈ ਰਾਜੇ। ਇਸ ਤੋਂ ਇਲਾਵਾ ਨੈਕਸਟ ਕੁਐਸਚਨ ਕੀ ਹੈ? ਨੈਕਸਟ ਕੁਐਸਚਨ ਸਿੰਗਲ ਲਾਈਨ ਕੁਐਸਚਨ ਹੈ, ਸਿਰਫ ਪੜ੍ਹਨਾ, ਇਹਦੀ ਜ਼ਿਆਦਾ ਡਿਟੇਲ ਕਰਨ ਦੀ ਲੋੜ ਨਹੀਂ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈ? ਵਿਚ ਇੰਡੀਅਨ ਪੈਰਾ ਐਥਲੀਟ ਹੈਜ਼ ਸੈਟ ਏ ਨਿਊ ਏਸ਼ੀਅਨ ਰਿਕਾਰਡ ਇਨ ਮੈਨਸ ਕਲੱਬ ਥਰੂ F3251 events at the ongoing 13 FAZA ਇੰਟਰਨੈਸ਼ਨਲ ਪੈਰਾ ਐਥਲੀਟ ਚੈਂਪੀਅਨਸ਼ਿਪ ਇਨ ਦੁਬਈ ਦੇ ਵਿੱਚ ਜੋ 13 FAZA ਇੰਟਰਨੈਸ਼ਨਲ ਪੈਰਾ ਚੈਂਪੀਅਨਸ਼ਿਪ ਹੋਈ ਹੈ ਰਾਜੇ, ਠੀਕ ਹੈ ਰਾਜੇ। ਉਹਦੇ ਵਿੱਚ ਕੀ ਹੈਗਾ? ਉਹਦੇ ਵਿੱਚ ਇੰਡੀਆ ਦੇ ਕਿਸ ਮੈਨਸ ਨੇ ਕਿਸ ਨਿਊ ਰਿਕਾਰਡ ਬਣਾਇਆ ਥਰੂ F3251 ਈਵੈਂਟਸ ਜੋ ਚੱਲ ਰਿਹਾ, ਉਹਦੇ ਵਿੱਚ ਆਪਣਾ ਰਿਕਾਰਡ ਬਣਾਇਆ, ਠੀਕ ਹੈ। ਤਾਂ ਪੁਰਸ਼ਾਂ ਦਾ ਦੁਬਈ ਦੇ ਵਿੱਚ ਚੱਲ ਰਿਹਾ ਪੈਰਾ ਓਲੰਪਿਕ, ਤਾਂ ਥਰੋ ਸੱਟਣ ਦਾ ਕਿਸ ਨੇ ਰਿਕਾਰਡ ਬਣਾਇਆ? ਤਾਂ ਇਹ ਬਾਰੇ ਕੁਐਸਚਨ ਪਤਾ ਹੋਣਾ ਚਾਹੀਦਾ, ਕਿਸ ਨੇ ਬਣਾਇਆ ਰਾਜੇ? ਧਰਮਵੀਰ ਜੀ ਨੇ ਰਿਕਾਰਡ ਬਣਾਇਆ, ਠੀਕ ਹੈ, ਧਰਮਵੀਰ ਜੀ ਨੇ ਰਿਕਾਰਡ ਬਣਾਇਆ। ਨੈਕਸਟ ਕੁਐਸਚਨ ਆਪਾਂ ਗੱਲ ਕਰੀਏ, ਨੈਕਸਟ ਕੁਐਸਚਨ ਕੀ? ਡਿਫੈਂਸ ਅਕਿਊਜ਼ਿੰਗ ਜਿਹੜੇ ਕਾਉਂਸਲ ਹੈਗੇ ਨੇ ਉਹ ਚੇਅਰਡ ਬਾਏ ਦਾ ਡਿਫੈਂਸ ਮਿਨਿਸਟਰ ਕੌਣ ਹੈ? ਰਾਜਨਾਥ ਸਿੰਘ। ਅਪਰੂਵਡ ਦਾ procurement of how many items from the innovation of the defense excellent startup and MSME worth over 380 crore, ਠੀਕ ਹੈ ਜੀ। ਤਾਂ ਇਹਨਾਂ ਕੀ ਇਹਨਾਂ ਨੇ ਕਿਹਾ ਵੀ ਜੋ ਡਿਫੈਂਸ ਅਕਿਊਜ਼ਿੰਗ ਕਾਉਂਸਲ ਜਿਸ ਨੂੰ ਚੇਅਰ ਕਰ ਰਹੇ, ਜਿਸ ਨੂੰ ਦੀ ਪ੍ਰਧਾਨਗੀ ਕੌਣ ਕਰ ਰਹੇ ਨੇ? ਰਾਜਨਾਥ ਸਿੰਘ ਕਰ ਰਹੇ ਨੇ। ਉਹਨੇ ਅਪਰੂਵ ਕੀਤਾ ਹੈ ਪ੍ਰੋਕਿਉਰਮੈਂਟ ਆਫ ਹਾਊ ਮੈਨੀ ਆਈਟਮਸ ਫਰੋਮ ਇਨੋਵੇਸ਼ਨ ਆਫ ਡਿਫੈਂਸ ਐਕਸੀਲੈਂਸ ਸਟਾਰਟਅਪ ਐਂਡ MSME ਵਰਥ ਓਵਰ 380 ਕਰੋੜ। ਤਾਂ ਇਹਦੇ ਬਾਰੇ ਆਪਾਂ ਪੜਾਂਗੇ, ਠੀਕ ਹੈ ਕਿ ਇਹਦੇ ਬਾਰੇ ਇਹਦਾ ਆਨਸਰ ਕੀ ਆਵੇਗਾ ਰਾਜੀ? ਕਿੰਨੀਆਂ ਆਈਟਮਸ ਇਹਨਾਂ ਨੇ ਲੈ ਕੇ ਆਉਂਦੀਆਂ ਰਾਜੇ? ਆਈਟਮਸ ਲੈ ਕੇ ਆਉਂਦੀਆਂ 14 ਇਹਨਾਂ ਨੇ ਜਿਹੜੀਆਂ ਨੇ ਆਪਣੀਆਂ ਆਈਟਮਸ ਲੈ ਕੇ ਆਉਂਦੀਆਂ, ਠੀਕ ਹੈ। ਇਹ ਗੱਲ ਯਾਦ ਰੱਖ ਲੈਣੀ। ਨੈਕਸਟ ਕੁਐਸਚਨ ਕੀ ਹੈ? ਵਿਚ ਸਟੇਟ ਅਸੈਂਬਲੀ ਹੈਜ਼ ਬਿਕਮ ਦਾ ਫਸਟ ਪੇਪਰਲੈਸ ਅਸੈਂਬਲੀ ਟੂ ਇੰਪਲੀਮੈਂਟਿੰਗ ਵਿਧਾਨ ਸਭਾ ਐਪਲੀਕੇਸ਼ਨ ਬਣਾਤੀ, ਮੀਨਸ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਕੋਈ ਪੇਪਰ ਯੂਜ਼ ਨਹੀਂ ਕਰਨਾ, ਤਾਂ ਪੜ੍ਹੀ ਲਿਖੀ ਸਟੇਟ ਦੇ ਕੰਮ ਹੋਣਗੇ, ਠੀਕ ਹੈ। ਨਾਗਾਲੈਂਡ ਇਜ਼ ਦਾ ਰਾਈਟ ਆਨਸਰ, ਠੀਕ ਹੈ। ਨਾਗਾਲੈਂਡ ਦੇ ਬਾਰੇ ਪੜ੍ਹ ਲੈਣਾ। ਨਾਗਾਲੈਂਡ ਨੇ ਕਿਹੜੀ ਐਪਲੀਕੇਸ਼ਨ ਪ੍ਰੋਗਰਾਮ ਸਟਾਰਟ ਕੀਤੀ ਹੈ?
NVA ਨਵ ਐਪਲੀਕੇਸ਼ਨ ਸਟਾਰਟ ਕੀਤੀ ਹੈ ਜਿਨ੍ਹਾਂ ਦੀ ਆਪਣੇ ਮੀਨਸ 60 ਮੈਂਬਰਸ ਦੀ ਉਹਨਾਂ ਦੀ ਅਸੈਂਬਲੀ ਹੈਗੀ ਹੈ, ਠੀਕ ਹੈ 60 ਮੈਂਬਰ ਦੀ ਅਸੈਂਬਲੀ ਹੈਗੀ ਜਿਨ੍ਹਾਂ ਨੇ ਇੱਕ ਬਜਟ ਜੋ ਸੈਸ਼ਨ 3 ਸੈਸ਼ਨ ਹੁੰਦਾ ਤੁਹਾਨੂੰ ਦੱਸਿਆ ਸੀ, ਬਜਟ ਸੈਸ਼ਨ, ਮਾਨਸੂਨ ਸੈਸ਼ਨ, ਵਿੰਟਰ ਸੈਸ਼ਨ। ਉਹਨਾਂ ਨੇ ਬਜਟ ਸੈਸ਼ਨ ਤੋਂ ਸਟਾਰਟ ਕੀਤਾ ਵੀ ਪੇਪਰਲੈਸ, ਅਸੀਂ ਪੇਪਰਲੈਸ ਜਿਹੜੀ ਹੈਗੀ ਹੈ ਉਹ ਅਸੀਂ ਅਸੈਂਬਲੀ ਸ਼ੁਰੂ ਕਰਨੀ ਹੈ। ਕਾਫੀ ਇੰਪੋਰਟੈਂਟ ਪ੍ਰयास ਹੈ, ਠੀਕ ਹੈ ਕਾਫੀ ਵਧੀਆ ਕੰਮ ਹੈ ਨਾਗਾਲੈਂਡ ਸਰਕਾਰ ਦਾ। ਚਲੋ ਬਹੁਤ ਵਧੀਆ ਜੀ। ਚਲੋ ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਨੈਕਸਟ ਕੁਐਸਚਨ ਕੀ ਹੈ? नरसिंह पटई, नरसिंह पटई नागा ससोरम is a musical instrument which state, ਕਿਹੜੀ state ਦਾ musical instrument ਹੈਗਾ which has recently awarded the GI tag, GI tag ਹੁੰਦਾ graphical ਆਈਡੈਂਟੀਫਿਕੇਸ਼ਨ ਟੈਗ, ਗ੍ਰਾਫਿਕਲ ਆਈਡੈਂਟੀਫਿਕੇਸ਼ਨ ਟੈਗ ਬਣਾਇਆ ਕਿਸ ਨੂੰ ਬਣਾਇਆ ਗਿਆ? ਕਾਫੀ ਇੰਪੋਰਟੈਂਟ ਕੁਐਸਚਨ ਹੈ। ਕਿਸ ਨੂੰ ਕੀਤਾ ਰਾਜੇ? ਤਾਮਿਲਨਾਡੂ। ਤਾਮਿਲਨਾਡੂ ਦੇ ਇੱਕ ਸੰਗੀਤ ਜੰਤਰ ਜਿਹੜਾ ਹੈ, ਜੰਤਰ ਜਿਸ ਨੂੰ ਕੀ ਬੋਲਦੇ ਨੇ ਨਰਸਿੰਘ ਪਟਈ ਨਾਗਸਵਰਮ, ਉਸ ਨੂੰ GI ਟੈਗ ਦਿੱਤਾ ਗਿਆ। GI ਟੈਗ ਕੀ ਹੁੰਦਾ ਰਾਜੇ? GI ਟੈਗ ਦੇ ਬਾਰੇ ਥੋੜਾ ਬਹੁਤ ਇਨਫੋਰਮੇਸ਼ਨ GI ਟੈਗ ਬਾਰੇ ਤੁਹਾਨੂੰ ਚਾਹੀਦੀ ਹੈ। GI ਟੈਗ ਕੀ ਹੁੰਦਾ ਹੈ? GI tag is the abbreviation of the geographical indication tags in India. It come into force with effect from 15 September 2003। 15 September 2003 ਤੋਂ ਇਹ ਕੰਮ ਇਹ ਹੋਂਦ ਵਿੱਚ ਆਇਆ ਸੀ, ਠੀਕ ਹੈ। ਦਾਰਜਲਿੰਗ ਟੀ ਵਾਜ਼ ਦਾ ਫਸਟ ਇੰਡੀਅਨ ਪ੍ਰੋਡਕਟ ਟੂ ਗੈਟ ਦਾ GI ਟੈਗ। ਜੋ ਦਾਰਜਲਿੰਗ ਟੀ ਹੈਗੀ ਹੈ ਉਹ ਸਭ ਤੋਂ ਪਹਿਲੀ ਇੰਡੀਅਨ ਪ੍ਰੋਡਕਟ ਹੈਗਾ ਜਿਸ ਨੂੰ ਕਿ GI ਟੈਗ ਅਵਾਰਡ ਕੀਤਾ ਗਿਆ, GI ਟੈਗ ਦਿੱਤਾ ਗਿਆ, ਠੀਕ ਹੈ ਰਾਜੇ। ਤਾਂ ਇਹਦੇ ਵਿੱਚ ਕੀ ਹੁੰਦਾ ਹੈ? ਇਟ ਪ੍ਰੋਵਾਈਡ ਲੀਗਲ ਪ੍ਰੋਟੈਕਸ਼ਨ ਇਹਦੇ ਵਿੱਚ ਕੀ ਲੀਗਲ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਫॉर ਦਾ ਇੰਡੀਅਨ ਜਿਓਗ੍ਰਾਫੀਕਲ ਆਈਡੈਂਟੀਫਿਕੇਸ਼ਨ ਵਿਚ ਇਜ਼ ਟਰਨ ਬੂਸਟ ਐਕਸਪੋਰਟ, ਵੀ ਐਕਸਪੋਰਟ ਨੂੰ ਪੂਰੇ ਵਰਲਡ ਦੇ ਵਿੱਚ ਉਸ ਚੀਜ਼ ਨੂੰ ਬੂਸਟ ਕਰਨਾ, ਠੀਕ ਹੈ ਪ੍ਰੋਡਕਟ ਨੂੰ ਬੂਸਟ ਕਰਨਾ, ਠੀਕ ਹੈ ਜੀ। ਤਾਂ GI ਟੈਗ ਜਿਹੜੇ ਹੈਗੇ ਨੇ ਉਹ ਜਿਹੜੇ ਆਪਣੇ ਕੀ ਹੈਗੇ ਨੇ GI ਟੈਗਸ ਆਰ ਦਾ ਇਸ਼ੂਡ ਐਜ਼ ਪਰ ਦਾ ਗ੍ਰਾਫਿਕਲ ਇੰਡੀਕੇਸ਼ਨ ਆਫ ਗੁੱਡਸ ਰਜਿਸਟ੍ਰੇਸ਼ਨ ਐਂਡ ਪ੍ਰੋਡਕਸ਼ਨ ਐਕਟ 1999 ਵਿੱਚ ਇਹਨਾਂ ਨੂੰ ਐਡ ਕੀਤਾ ਗਿਆ। ਦਿਸ ਟੈਗ ਇਜ਼ ਦਾ ਇਸ਼ੂਡ ਬਾਈ ਦਾ ਜਿਓਗ੍ਰਾਫੀਕਲ ਆਈਡੈਂਟੀਫਿਕੇਸ਼ਨ ਰਜਿਸਟਰੀ ਅੰਡਰ ਦਾ ਡਿਪਾਰਟਮੈਂਟ ਆਫ ਦਾ ਇੰਡਸਟਰੀ ਪ੍ਰਮੋਸ਼ਨ ਐਂਡ ਦਾ ਅਟਰਨਲ ਲੀਗਲ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ। ਇਸ ਦੇ ਅੰਡਰ ਨੂੰ ਦਿੱਤਾ ਜਾਂਦਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਕਾਫੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਰਾਜੀ। ਚਲੋ ਇਸ ਤੋਂ ਇਲਾਵਾ ਇੰਨਾ ਇੰਪੋਰਟੈਂਟ ਨਹੀਂਗਾ। ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਕੀ ਆਪਣੇ ਕੋਲ? ਨੈਕਸਟ ਕੁਐਸਚਨ ਕੀ ਆਪਣੇ ਕੋਲ? ਹਾਂਜੀ ਨੈਕਸਟ ਕੁਐਸਚਨ ਹੈਗਾ ਸਹਾਬੂਦੀਨ ਅਹਿਮਦ ਸਾਹਿਬ ਜਿਨ੍ਹਾਂ ਦੀ ਡੈਥ ਹੋ ਗਈ, ਠੀਕ ਹੈ। ਉਹ ਫਾਰਮਰ ਪ੍ਰੈਜ਼ੀਡੈਂਟ, ਕਿੱਥੋਂ ਦੇ ਫਾਰਮਰ ਪ੍ਰੈਜ਼ੀਡੈਂਟ ਸੀ ਸਹਾਬੂਦੀਨ ਸਾਹਿਬ? ਕਾਫੀ ਇੰਪੋਰਟੈਂਟ ਕੁਐਸਚਨ ਹੈ। ਸਹਾਬੂਦੀਨ ਸਾਹਿਬ ਕਿੱਥੋਂ ਦੇ ਪ੍ਰੈਜ਼ੀਡੈਂਟ ਸੀਗੇ? ਤਾਂ ਪ੍ਰੈਜ਼ੀਡੈਂਟ ਹੈਗੇ ਸੀ ਬੰਗਲਾਦੇਸ਼ ਦੇ ਪ੍ਰੈਜ਼ੀਡੈਂਟ ਸੀ ਰਾਜੇ। ਕਾਫੀ ਇੰਪੋਰਟੈਂਟ ਕੁਐਸਚਨ ਹੈ। ਬੰਗਲਾਦੇਸ਼ ਦੇ ਉਹ ਪ੍ਰੈਜ਼ੀਡੈਂਟ ਸੀ ਜਿਹਨਾਂ ਦੀ ਡੈਥ ਹੋ ਗਈ, ਜਿਹੜੇ ਕਿ 1996 ਤੋਂ ਲੈ ਕੇ 2001 ਤੱਕ 1996 ਤੋਂ ਲੈ ਕੇ 2001 ਤੱਕ ਇਹ ਉੱਥੋਂ ਦੇ ਪ੍ਰੈਜ਼ੀਡੈਂਟ ਰਹੇ ਨੇ, ਠੀਕ ਹੈ। ਬੰਗਲਾਦੇਸ਼ ਦੇ ਪ੍ਰੈਜ਼ੀਡੈਂਟ ਨੇ। ਤਾਂ ਇੱਥੇ ਸ਼ਾਇਦ ਦਿੱਤਾ ਹੋਵੇਗਾ ਇਹਨਾਂ ਨੇ, ਹਾਂ ਸਹਾਬੂਦੀਨ was served as the president of Bangladesh from the 1996 to 2001, ठीक है। तो he was responsible for holding free and credible election in Feb 1991 ਉਹ ਇੱਕ ਰਿਸਪੌਂਸੀਬਲ ਸੀਗੇ ਜਿਨ੍ਹਾਂ ਨੇ ਹੋਲਡ ਕੀਤਾ ਸੀ ਫ੍ਰੀ ਐਂਡ ਕ੍ਰੈਡੀਬਲ ਇਲੈਕਸ਼ਨਸ ਹੋਲਡ ਕੀਤੇ ਸੀ, ਠੀਕ ਹੈ ਰਾਜੀ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ 92 ਸਾਲ ਦੇ ਉਸੀ ਜਿਹਨਾਂ ਢਾਕਾ ਵਿੱਚ ਉਹਨਾਂ ਦੀ ਡੈਥ ਹੋਈ ਰਾਜ। ਇਸ ਤੋਂ ਇਲਾਵਾ ਕੀ ਹੀ ਵਾਜ਼ ਦਾ ਇੰਟਰਮ ਹੈਡ ਆਫ ਦਾ ਸਟੇਟ ਆਫ ਦਾ ਸੈਂਸਸ ਡਿਨੋਮੀਨੇਸ਼ਨ ਆਲ ਪਾਰਟੀਜ਼ ਜਿਹੜੇ ਨੇ ਐਂਡ ਮਾਸ ਅਪਸਰਗ ਇਨ 1990 ਐਂਡ ट्रिपल एक्स मिलिट्री डायरेक्टर HM इशहाद। ये स्टैटिक का क्वेश्चन नहीं बन सकता, इन्ना क्वेश्चन ये तुसीं करन दा फैना नहीं हैगा, ठीक है। ये भी तुहानूं पता होना चाहिए बस ढाका च। इस तो बाद आ जरूर कर लिया, आ काफ़ी इंपॉर्टेंट, ठीक है। चलो नैक्सट क्वेश्चन बाद नैक्सट क्वेश्चन की अपने को रिसेंटली पुष्कर सिंह धामी ਜਿਹੜੇ चीफ मिनिस्टर बने उत्तराखंड के चीफ मिनिस्टर बने। किनवें चीफ मिनिस्टर उत्तराखंड के राजे? उत्तराखंड 11वें चीफ मिनिस्टर ने। 11वें चीफ मिनिस्टर ने राजे, काफ़ी इंपॉर्टेंट क्वेश्चन है। 11th चीफ मिनिस्टर राजे उत्तराखंड के चीफ मिनिस्टर बने ने, ठीक है। तो काफ़ी इंपॉर्टेंट क्वेश्चन है। 70 ਦੀ असैंबली चों बीजेपी ਨੂੰ ਕਿੰਨੀਆਂ ਮਿਲੀਆਂ? बीजेपी ਨੂੰ 47 सीटां मिलियां। किन्नियां? 70 ਚੋਂ 47 सीटां मिलियां ਤੇ बीजेपी एक सरकार बनाउण 'ਚ कामयाब रही। नैक्सट क्वेश्चन की है विच सिटी इन द वर्ल्ड हैज़ बीन रैंक्ड एज द वर्ल्ड्स मोस्ट polluted मोस्ट ये polluted ਹੁੰਦਾ मीनस प्रदूषण वाली polluted कैपिटल सिटी
ਐਸ ਪਰ ਦਾ IQ 에ਅਰ 2021 ਵਰਲਡ 에ਅਰ ਕੁਆਲਿਟੀ ਰਿਪੋਰਟ, ਵਰਲਡ 에ਅਰ ਕੁਆਲਿਟੀ ਰਿਪੋਰਟ 2021 ਦੇ ਅਕੋਰਡਿੰਗ ਇਹ ਗੱਲ ਕਰ ਰਹੇ ਨੇ ਮੋਸਟ ਪੋਲਿਊਟਡ ਕੈਪੀਟਲ ਸਿਟੀ ਕਿਹੜੀ ਹੈ, ਮੋਸਟ ਪੋਲਿਊਟਡ ਕੈਪੀਟਲ ਸਿਟੀ ਕਿਹੜੀ ਹੈ, ਕਾਫੀ ਇੰਪॉर्टेंट क्वेश्चन है बड़ा। किसका नाम हो सकता है? दिल्ली, दिल्ली का नाम हो सकता है, बिल्कुल सही है जी, दिल्ली, अपनी प्यारी दिल्ली, ठीक है, दिल्ली जो कि मोस्ट पोल्यूटेड सिटी है, ठीक है जी। इस तो इलावा होर की पढ़ लेने ग्लोब दी अब ग्लोबली गल करिए तो बांग्लादेश हैज़ द मोस्ट पोल्यूटेड कंट्री, बांग्लादेश की मोस्ट पोल्यूटेड कंट्री है, फॉलोड बाय द चार पाकिस्तान एंड तजाकिस्तान। इंडिया हैज़ द 5th मोस्ट पोल्यूटेड कंट्री, इंडिया की इंडिया 5वीं मोस्ट पोल्यूटेड कंट्री, 5वीं प्रदूषित कंट्री इंडिया है। अगर मोस्ट की गल करिए पहले नंबर पर बांग्लादेश आती है, ठीक है। अगर कैपिटल की गल करिए तो अपनी जी हैगी अपना जोड़ा है वो न्यू दिल्ली हैगी राजी, ठीक है। काफ़ी इंपॉर्टेंट क्वेश्चन है, न्यू दिल्ली हैगी है। लगातार 2 साल हो गए जिथे ये अपनी वर्ल्ड क्वालिटी एयर रिपोर्ट पेश करते हैं IQ 에ਅਰ 2021, IQ 에ਅਰ 2020 ਦੇ ਵਿੱਚ ਵੀ ਇਹਨਾਂ ਨੂੰ ਜਿਹੜੀ ਹੈਗੀ वो पहले नंबर पर आए सी, ठीक है राजी। इस अलावा न्यू दिल्ली तो बाद ढाका, ठीक है, और ढाका हो गई, उस तो बाद जामिया पाक मस्कट हो गए थे। ये काफ़ी कंट्रीज ने जो कि पोल्यूटेड हैगियां ने, पर इंडिया की आप गल करिए, इंडिया दे विच किहड़ा हैगा इंडिया दे विच आपां सिटी की गल करिए, सिटी दी गल करिए तो बिहाड़ी मोस्ट जी हैगी है मोस्ट पोल्यूटेड सिटी, उस तो अलावा गाजियाबाद, दिल्ली एंड जानपुर, ठीक है। नेक्स्ट क्वेश्चन, आज द लास्ट क्वेश्चन, इंडिया व्हाट इज़ द रैंक ऑफ इंडिया इन द ग्लोबल हाउस ऑफ प्राइस इंडेक्स Q4 2021, Q4 2021 ਦੇ ਵਿੱਚ ਜਿਹੜਾ ਹੈਗਾ ਹੈ ਇਹਨਾਂ ਕੀ ਕਿਹਾ, व्हाट इज़ द रैंक ऑफ इंडिया इन ग्लोबल हाउस प्राइस इंडेक्स Q4 2021 ਦੇ ਵਿੱਚ इंडिया ਦਾ ਕੀ रैंक आया राजे, काफ़ी इंपॉर्टेंट क्वेश्चन है। तो की रैंक आया राजे, इन्हें 51 रैंक आया, कि 51 रैंक आया, ये भी इंपॉर्टेंट क्वेश्चन है, ठीक है राजे। इस क्वेश्चन वाल थोड़ा बहुत होर पढ़ लेना की है ग्लोबल हाउस प्राइस इंडेक्स ਦੇ ਵਿੱਚ इंडिया का 51 रैंक आया राजे। ग्लोबली आप गल करिए तो तुर्की द हाईएस्ट एनुअल प्राइस ग्रोथ रेट जी तुर्की की बहुत बेस्ट आई है, जी कि 59.6% आई राजे, ये भी इंपॉर्टेंट क्वेश्चन है, ठीक है राजे। न्यूजीलैंड हो गए अपना जोड़ा है रैंक ऑफ द 5 स्पोर्ट, न्यूजीलैंड हो गया, उस तो बाद स्लोवाकिया हो गया, आस्ट्रेलिया हो गया, ठीक है। उस 5 कंट्रियां इंडिया 5वें नंबर पर है, ठीक है। तो एक इंपॉर्टेंट क्वेश्चन, ठीक है राजी। इस अलावा की होंगे अबाउट द ग्लोबल हाउस प्राइस इंडेक्स की होंगे, ग्लोबल हाउस प्राइस इंडेक्स ट्रैक्स द मूवमेंट एंड मेन स्ट्रीम रेजिडेंशियल प्राइस across 56 countries and territories वर्ल्ड वाइड यूजिंग द ऑफिशियल स्टैटिक्स, जो ऑफिशियल जो स्टैटिक्स आता है, ठीक है, डाटा आता है, उनके अकॉर्डिंग 56 जो कंट्रीज काउंट अप करने उन्होंने जो मेन स्ट्रीम के इंडिया जोड़ा है वो की है वो मीनस ये डाटा प्रोड्यूस किया जाता है, ठीक है राजे। इन की होंगे द इंडेक्स ट्रैक द नॉमिनल एंड रियल प्राइस ग्रोथ, मीनस इंडेक्स की करता है द इंडेक्स ट्रैक्स द नॉमिनल एंड रियल प्राइस ग्रोथ इन लोकल करंसी का काउंट करता है नॉमिनल रियल प्राइस ग्रोथ, ठीक है। द रैंकिंग ऑफ द प्राइस मूवमेंट have been amounted basis of the nominal price growth change, ठीक है। काफ़ी इंपॉर्टेंट क्वेश्चन, तो ये इंपॉर्टेंट क्वेश्चन से राजे, ठीक है। इस अलावा जो अपनी सेल स्टार्ट होने जा रही है, सिर्फ थोड़े दिन बाकी ने, 2 डेज बिग सेल है, ठीक है। बहुत वधिया कोर्सेज का अफोर्डेबल प्राइस होगा, ठीक है। इस बार आप अफोर्डेबल प्राइस के अकॉर्डिंग ही तू जोड़े है अपना इस सेल के बहुत अफोर्डेबल प्राइस देवांगे ताकि तुम अपनी बेस्ट तैयारी दे सको, कि टेंशन फ्री हो जाओ भी एक वधिया इंस्टीट्यूट तुहानूं कोर्स मिल रहा, ठीक है, एक नामी इंस्टीट्यूट का कोर्स मिल रहा, उस तो बाद तुसीं अपना माइंड फ्री होकर तैयारी करनी, ठीक है राजी। ओके, थैंक यू।